ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਧੁਰ ਕੀ ਬਾਣੀ, ਹਰ ਕੀ ਬਾਣੀ, ਸੱਚ ਕੀ ਬਾਣੀ, ਖਸਮ ਕੀ ਬਾਣੀ ਹੈ। ਸੋ ਇਸ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਬਹੁਤ ਜ਼ਰੂਰੀ ਹੈ। ਗੁਰਬਾਣੀ ਦੇ ਸ਼ੁੱਧ ਉਚਾਰਨ ਵਾਸਤੇ ਅੱਜ ਆਪਾਂ ਕੁਝ ਜ਼ਰੂਰੀ ਨੁਕਤਿਆਂ ਦੇ ਉੱਤੇ ਵਿਚਾਰ ਕਰ ਰਹੇ ਹਾਂ। ਗੁਰਬਾਣੀ ਦੇ ਦੋ ਰੂਪ ਹਨ, ਵਰਣਾਤਮਕ ਅਤੇ ਭਾਵਾਤਮਕ। ਵਿਆਕਰਨ ਦਾ ਸੰਬੰਧ ਗੁਰਬਾਣੀ ਦੇ ਵਰਣਾਤਮਕ ਰੂਪ ਨਾਲ ਹੈ। ਜੋ ਗੁਰਬਾਣੀ ਦੀ ਡੂੰਘਾਈ ਹੈ, ਅਗਾਧਤਾ ਹੈ, ਗੁਰਬਾਣੀ ਦੀ ਡੂੰਘਾਈ ਦਾ ਸੰਬੰਧ ਭਾਵਾਤਮਕ ਰੂਪ ਦੇ ਨਾਲ ਹੈ। ਸੋ ਗੁਰਬਾਣੀ ਅਕਲ ਦੇ ਨਾਲ ਪੜ੍ਹਨੀ ਚਾਹੀਦੀ ਹੈ, ਪਰ ਕਈ ਵੀਰ ਕਹਿ ਦਿੰਦੇ ਹਨ ਕਿ ਜਿਵੇਂ ਲਿਖਿਆ ਹੈ ਉਵੇਂ ਪੜ੍ਹੋ। ਤਾਂ ਫਿਰ ਸੋਚੋ ਕਿ ਪਹਿਲਾ ਹੀ ਲਫ਼ਜ਼ ਇੱਕ ਉਹ ਲਿਖਿਆ ਹੋਇਆ ਹੈ, ਪਰ ਆਪਾਂ ਸਾਰੇ ਪੜ੍ਹਦੇ ਹਾਂ ਇੱਕ ਓਅੰਕਾਰ। ਸੋ ਸਿੱਧ ਹੋਇਆ ਕਿ ਗੁਰਬਾਣੀ ਦਾ ਪਹਿਲਾ ਹੀ ਲਫ਼ਜ਼ ਆਪਾਂ ਜਿਵੇਂ ਲਿਖਿਆ ਹੈ ਉਵੇਂ ਨਹੀਂ ਪੜ੍ਹਦੇ, ਨਿਯਮ ਦੇ ਮੁਤਾਬਕ ਪੜ੍ਹਦੇ ਹਾਂ। ਫਿਰ ਕਿੰਨੇ ਥਾਵਾਂ ਤੇ ਲਿਖਿਆ ਮੰਮਾ ਦੋ ਬਿੰਦੀਆਂ ਤਿੰਨ, ਆਪਾਂ ਸਾਰੇ ਹੀ ਮਹਲਾ ਤੀਜਾ ਪੜ੍ਹਦੇ ਹਾਂ। ਫਿਰ ਲਿਖਿਆ ਹੈ ਦ੍ਰਿੜੰਤਨ ਦੋ ਬਿੰਦੀਆਂ, ਇਦਾਂ ਤਾਂ ਕੋਈ ਨਹੀਂ ਪੜ੍ਹਦਾ, ਸਾਰੇ ਪੜ੍ਹਦੇ ਹਨ ਦ੍ਰਿੜੰਤਨ ਹੈ, ਭਾਵ ਕਿ ਜੋ ਦੋ ਬਿੰਦੀਆਂ ਇਹ ਵਿਸਰਗਾਂ ਹਨ ਤੇ ਇਹਨਾਂ ਦੀ ਆਵਾਜ਼ ਹਾਹੀ ਦੀ ਤਰ੍ਹਾਂ ਆਉਂਦੀ ਹੈ, ਇਹ ਨਿਯਮ ਹੈ। ਫਿਰ ਕਿੰਨੇ ਹੀ ਲਫ਼ਜ਼ ਹਨ ਜਿਨ੍ਹਾਂ ਨੂੰ ਦੋ ਲਗਾਂ ਲੱਗੀਆਂ ਹੋਈਆਂ ਹਨ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਇੱਥੇ ਜੋ ਗੋਬਿੰਦ ਲਫ਼ਜ਼ ਹੈ ਇਹਦੇ ਗੱਗੇ ਨੂੰ ਦੋ ਲਗਾਂ ਲੱਗੀਆਂ ਹੋਈਆਂ ਹਨ, ਹੋੜਾ ਤੇ ਔਂਕੜ। ਹੁਣ ਸੋਚੋ ਵੀ ਜਿਵੇਂ ਲਿਖਿਆ ਹੈ ਉਵੇਂ ਕਿਵੇਂ ਪੜਾਂਗੇ। ਸੋ ਗੱਗੇ ਦਾ ਹੋੜਾ ਦੱਸ ਰਿਹਾ ਹੈ ਕਿ ਅਸਲੀ ਲਫ਼ਜ਼ ਗੋਬਿੰਦ ਹੈ, ਪਰ ਔਂਕੜ ਦੱਸ ਰਹੀ ਹੈ ਕਿ ਇੱਥੇ ਪਿੰਗਲ ਦੇ ਨਿਯਮ ਦੇ ਮੁਤਾਬਕ ਕਾਬ ਤੋਲ ਪੂਰਾ ਕਰਨ ਵਾਸਤੇ ਇੱਕ ਮਾਤਰਾ ਘਟਾ ਕੇ ਔਂਕੜ ਵਾਲਾ ਉਚਾਰਨ ਕਰਨਾ ਹੈ। ਸੋਇਨ ਕਟੋਰੀ ਅੰਮ੍ਰਿਤ ਭਰੀ। ਹੁਣ ਇੱਥੇ ਸੱਸੇ ਨੂੰ ਹੋੜਾ ਵੀ ਲੱਗਿਆ ਹੈ, ਸੱਸੇ ਨੂੰ ਔਂਕੜ ਵੀ ਲੱਗੀ ਹੋਈ ਹੈ, ਪਰ ਆਪਾਂ ਉਚਾਰਨ ਕਰਾਂਗੇ ਇੱਥੇ ਔਂਕੜ ਵਾਲਾ। ਸੋਇਨ ਕਟੋਰੀ ਅੰਮ੍ਰਿਤ ਭਰੀ। ਸੱਸੇ ਦਾ ਹੋੜਾ ਦੱਸ ਰਿਹਾ ਹੈ ਕਿ ਅਸਲੀ ਲਫ਼ਜ਼ ਸੋਇਨ ਹੈ, ਪਰ ਇੱਥੇ ਸੋਇਨ ਬੋਲਣਾ ਹੈ, ਇੱਕ ਮਾਤਰਾ ਘਟਾ ਕੇ ਬੋਲਣਾ ਹੈ, ਇਹ ਨਿਯਮ ਹੈ। ਸੋ ਸਿੱਧ ਹੋਇਆ ਕਿ ਗੁਰਬਾਣੀ ਨੂੰ ਅਕਲ ਦੇ ਨਾਲ ਨਿਯਮ ਦੇ ਮੁਤਾਬਕ ਪੜ੍ਹਨਾ ਹੈ। ਜਿਵੇਂ ਲਿਖਿਆ ਹੈ ਉਵੇਂ ਨਹੀਂ ਪੜ੍ਹਿਆ ਜਾਂਦਾ। ਫਿਰ ਕਿੰਨੇ ਹੀ ਲਫ਼ਜ਼ ਗੁਰਬਾਣੀ ਵਿੱਚ ਆਉਂਦੇ ਹਨ ਜੋ ਵੱਖ-ਵੱਖ ਤਰ੍ਹਾਂ ਲਿਖੇ ਹਨ, ਪਰ ਉਹਨਾਂ ਦਾ ਉਚਾਰਨ ਇੱਕ ਹੀ ਹੁੰਦਾ ਹੈ। ਜਿਸ ਤਰ੍ਹਾਂ ਇਹ ਕਿਤੇ ਤਾਂ ਈੜੀ ਨੂੰ ਲਾਵਾਂ ਹਾਹੇ ਨੂੰ ਔਂਕੜ ਲੱਗੀ ਹੈ, ਕਿਤੇ ਈੜੀ ਨੂੰ ਲਾਵਾਂ ਹਾਹਾ ਮੁਕਤਾ ਹੈ, ਕਿਤੇ ਈੜੀ ਤੇ ਲਾਂ ਹਾਹੇ ਨੂੰ ਛਿਆਰੀ ਹੈ, ਪਰ ਆਪਾਂ ਉਚਾਰਨ ਕਰਦੇ ਹਾਂ ਸਾਰੇ ਇਹ। ਜਿੱਥੇ ਹਾਹੇ ਨੂੰ ਔਂਕੜ ਲੱਗੀ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਚਨ ਪੁਲਿੰਗ ਹੈ। ਜਿੱਥੇ ਇਹ ਲਫ਼ਜ਼ ਦਾ ਹਾਹਾ ਮੁਕਤਾ ਹੈ ਉਹਦਾ ਭਾਵ ਹੈ ਕਿ ਇੱਕ ਵਚਨ ਇਸਤਰੀ ਲਿੰਗ ਹੈ। ਜਿੱਥੇ ਇਹ ਦੇ ਹਾਹੇ ਨੂੰ ਛਿਆਰੀ ਲੱਗੀ ਹੋਈ ਹੈ ਉੱਥੇ ਛਿਆਰੀ ਇਹ ਦੱਸ ਰਹੀ ਹੈ ਕਿ ਇਹ ਬਹੁਵਚਨ ਹੈ। ਸੋ ਉਚਾਰਨ ਹੋਵੇਗਾ ਇਹ ਜੋ ਔਂਕੜ ਹੈ ਜਾਂ ਇਹ ਲਫ਼ਜ਼ ਦੇ ਹਾਹੇ ਨੂੰ ਛਿਆਰੀ ਹੈ, ਇਹ ਲਗਾਂ ਵਿਆਕਰਨਕ ਹਨ, ਇਹ ਉਚਾਰਨਾਤਮਕ ਨਹੀਂ, ਇਹ ਉਚਾਰਨ ਵਾਸਤੇ ਨਹੀਂ। ਜਿਸ ਤਰ੍ਹਾਂ ਸਾਰੇ ਹੀ ਇੱਕ ਬੋਲਦੇ ਹਾਂ, ਪਰ ਲਿਖਿਆ ਹੈ
ਕਿਤੇ ਈੜੀ ਨੂੰ ਹੁਸ਼ਿਆਰੀ, ਕੱਕੇ ਨੂੰ ਔਂਕੜ। ਕਿਤੇ ਲਿਖਿਆ ਹੈ ਈੜੀ ਨੂੰ ਹੁਸ਼ਿਆਰੀ ਕੱਕਾ, ਭਾਵ ਕਿ ਕੱਕਾ ਮੁਕਤਾ ਹੈ। ਕਿਤੇ ਈੜੀ ਨੂੰ ਹੁਸ਼ਿਆਰੀ, ਕੱਕੇ ਨੂੰ ਹੁਸ਼ਿਆਰੀ ਲੱਗੀ ਹੋਈ ਹੈ। ਸੋ ਜਿੱਥੇ ਇੱਕ ਦੇ ਕੱਕੇ ਨੂੰ ਔਂਕੜ ਹੈ, ਉਹਦਾ ਅਰਥ ਹੈ ਇੱਕ ਵਚਨ ਪੁਲਿੰਗ। ਜਿੱਥੇ ਇੱਕ ਦੇ ਲਫ਼ਜ਼ ਦਾ ਕੱਕਾ ਮੁਕਤਾ ਹੈ, ਉਹਦਾ ਅਰਥ ਹੈ ਇੱਕ ਵਚਨ ਇਸਤਰੀ ਲਿੰਗ। ਜਿੱਥੇ ਇੱਕ ਦੇ ਕੱਕੇ ਨੂੰ ਹੁਸ਼ਿਆਰੀ ਹੈ, ਉਹਦਾ ਅਰਥ ਹੈ ਬਹੁ ਵਚਨ। ਜਿਸ ਤਰ੍ਹਾਂ ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆਂ ਹੈ। ਇੱਕ ਦਾ ਭਾਵ ਕਈ ਉਹਦੇ ਹੁਕਮ ਦੇ ਮੁਤਾਬਕ ਭਵਾਈ ਜਾਂਦੇ ਆ। ਜਿਸ ਤਰ੍ਹਾਂ ਉਹ ਲਫ਼ਜ਼ ਹੈ। ਹੁਣ ਕਿਤੇ ਉਹ ਦੇ ਹਾਹੇ ਨੂੰ ਔਂਕੜ ਹੈ, ਕਿਤੇ ਹਾਹਾ ਮੁਕਤਾ ਹੈ, ਕਿਤੇ ਹਾਹੇ ਨੂੰ ਹੁਸ਼ਿਆਰੀ ਹੈ, ਪਰ ਉਚਾਰਨ ਇੱਕੋ ਹੀ ਹੋਵੇਗਾ ਉਹ। ਜਿੱਥੇ ਉਹ ਦੇ ਹਾਹੇ ਨੂੰ ਔਂਕੜ ਲੱਗੀ ਹੋਈ ਹੈ, ਇਹਦਾ ਅਰਥ ਹੈ ਕਿ ਇਹ ਇੱਕ ਵਚਨ ਪੁਲਿੰਗ ਪੜਨਾਮ ਹੈ। ਜਿੱਥੇ ਹਾਹਾ ਮੁਕਤਾ ਹੈ, ਉਹਦਾ ਅਰਥ ਹੈ ਕਿ ਇਹ ਇੱਕ ਵਚਨ ਇਸਤਰੀ ਲਿੰਗ ਪੜਨਾਮ ਹੈ। ਜਿੱਥੇ ਹਾਹੇ ਨੂੰ ਹੁਸ਼ਿਆਰੀ ਹੈ, ਉਹਦਾ ਅਰਥ ਹੈ ਇਹ ਬਹੁ ਵਚਨ ਹੈ। ਸੋ ਉਚਾਰਨ ਹੋਵੇਗਾ ਉਹ, ਪਰ ਵੱਖ-ਵੱਖ ਥਾਵਾਂ ਤੇ ਲਿਖਿਆ ਹੈ ਵੱਖ-ਵੱਖ। ਸੋ ਇਹ ਜਿਹੜੀ ਔਂਕੜ ਤੇ ਹੁਸ਼ਿਆਰੀ ਹੈ, ਇਹ ਵਿਆਕਰਨਕ ਹੈ। ਜਿਸ ਤਰ੍ਹਾਂ ਲਫ਼ਜ਼ ਹੈ ਆਹਰ, ਕਿਤੇ ਆਹਰ ਦੇ ਰਾਰੇ ਨੂੰ ਔਂਕੜ ਹੈ, ਕਿਤੇ ਰਾਰਾ ਮੁਕਤਾ ਹੈ, ਕਿਤੇ ਰਾਰੇ ਨੂੰ ਹੁਸ਼ਿਆਰੀ ਹੈ। ਉਚਾਰਨ ਇੱਕੋ ਹੀ ਹੋਵੇਗਾ ਆਹਰ, ਪਰ ਅਰਥ ਦੇ ਵਿੱਚ ਜਦੋਂ ਆਪਾਂ ਸਮਝਾਂਗੇ ਉਸ ਵੇਲੇ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਆਹਰ ਸਭ ਵੀ ਹੋਰ ਸਾਰੇ ਆਹਰ ਕਰਦਾ ਫਿਰਦਾ, ਬਹੁ ਵਚਨ। ਇੱਥੇ ਰਾਰਾ ਮੁਕਤਾ ਹੈ, ਆਹਰ ਇੱਕ ਨਾ ਹੋਏ। ਇੱਥੇ ਰਾਰੇ ਨੂੰ ਔਂਕੜ ਹੈ, ਭਾਵ ਕਿ ਇੱਕ ਆਹਰ। ਨਾਨਕ ਜਿਤ ਆਹਰ ਜਗ ਉਧਰੈ, ਬਿਰਲਾ ਬੂਝੈ ਕੋਇ। ਜਿਸ ਆਹਰ ਦੁਆਰਾ ਜਗਤ ਦਾ ਉਧਾਰ ਹੁੰਦਾ ਹੈ, ਗੁਰੂ ਸਾਹਿਬ ਜੀ ਕਹਿੰਦੇ ਉਹ ਕੋਈ ਬਿਰਲਾ ਹੀ ਜਾਣਦਾ। ਸੋ ਉੱਥੇ ਰਾਰੇ ਨੂੰ ਹੁਸ਼ਿਆਰੀ, ਆਹਰ ਦੁਆਰਾ ਦਾ ਅਰਥ ਹੋ ਗਿਆ। ਇਸ ਤਰ੍ਹਾਂ ਕਿੰਨੇ ਥਾਵਾਂ ਦੇ ਉੱਤੇ ਨਾਨਕ ਲਫ਼ਜ਼ ਕਿਤੇ ਕੱਕਾ ਮੁਕਤਾ ਹੈ, ਕਿਤੇ ਕੱਕੇ ਨੂੰ ਔਂਕੜ ਹੈ, ਕਿਤੇ ਕੱਕੇ ਨੂੰ ਹੁਸ਼ਿਆਰੀ ਹੈ, ਪਰ ਆਪਾਂ ਉਚਾਰਨ ਸਾਰੇ ਨਾਨਕ ਹੀ ਕਰਦੇ ਹਾਂ। ਜੋ ਹੁਸ਼ਿਆਰੀ ਤੇ ਔਂਕੜ ਹੈ, ਇਹ ਅਰਥ ਭਾਵ ਦੇ ਵੇਲੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕੋਟ ਲਫ਼ਜ਼ ਹੈ, ਕੱਕੇ ਨੂੰ ਹੋਰਾ, ਟੈਂਕੇ ਨੂੰ ਹੁਸ਼ਿਆਰੀ, ਤਾਂ ਇਹਦਾ ਅਰਥ ਹੋਵੇਗਾ ਕਰੋੜ। ਜੇ ਕੋਟ ਦੇ ਟੈਂਕੇ ਨੂੰ ਔਂਕੜ ਹੈ ਤਾਂ ਅਰਥ ਹੋਵੇਗਾ ਕਿਲਾ। ਜੇ ਕੋਟ ਦਾ ਟੈਂਕਾ ਮੁਕਤਾ ਹੈ ਤਾਂ ਅਰਥ ਹੋਵੇਗਾ ਕਿਲੇ। ਸੋ ਜੋ ਕੋਟ ਦੇ ਟੈਂਕੇ ਨੂੰ ਹੁਸ਼ਿਆਰੀ ਹੈ, ਇਹ ਹੁਸ਼ਿਆਰੀ ਨਹੀਂ ਬੋਲੀ ਜਾਂਦੀ। ਕੋਟ ਨਹੀਂ ਕੋਈ ਵੀ ਪਾਠ ਨਹੀਂ ਕਰਦਾ। ਜਾਂ ਟੈਂਕੇ ਨੂੰ ਔਂਕੜ ਹੈ ਤਾਂ ਕੋਟ, ਏਦਾਂ ਕੋਈ ਨਹੀਂ ਪਾਠ ਕਰਦਾ। ਉਚਾਰਨ ਇੱਕੋ ਹੀ ਹੈ ਕੋਟ। ਜੋ ਹੁਸ਼ਿਆਰੀ ਜਾਂ ਔਂਕੜ ਹੈ, ਇਹ ਅਰਥ ਭਾਵ ਨੂੰ ਦੱਸ ਰਹੀ ਹੈ। ਜਿਸ ਤਰ੍ਹਾਂ ਭਗਤ ਲਫ਼ਜ਼ ਹੈ, ਜੇ ਤੱਤੇ ਨੂੰ ਹੁਸ਼ਿਆਰੀ ਹੈ ਤਾਂ ਅਰਥ ਹੋਵੇਗਾ ਭਗਤੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੀ ਭਗਤੀ ਦੇ ਬੇਅੰਤ ਭੰਡਾਰ ਭਰੇ ਪਏ ਆ। ਸੋ ਜੇ ਤੱਤਾ ਮੁਕਤਾ ਹੈ ਭਗਤ, ਤਾਂ ਉਹਦਾ ਭਾਵ ਭਗਤੀ ਕਰਨ ਵਾਲੇ। ਭਗਤ ਤੇਰੇ ਮਨ ਭਾਮਦੇ, ਦਰ ਸੋਹਣ ਕੀਰਤ ਗਾਵਦੇ। ਉਚਾਰਨ ਇੱਕੋ ਹੀ ਹੋਵੇਗਾ ਭਗਤ। ਮੁਕਤ ਲਫ਼ਜ਼ ਹੈ, ਹੁਣ ਜਿੱਥੇ ਮੁਕਤ ਦੇ ਤੱਤੇ ਨੂੰ ਹੁਸ਼ਿਆਰੀ ਹੈ, ਉਹਦਾ ਅਰਥ ਹੈ ਮੁਕਤੀ। ਜਿੱਥੇ ਮੁਕਤ ਲਫ਼ਜ਼ ਦੇ ਤੱਤੇ ਨੂੰ ਔਂਕੜ ਹੈ, ਉਹਦਾ ਅਰਥ ਹੈ ਮੁਕਤੀ ਪ੍ਰਾਪਤ ਕਰਨ ਵਾਲਾ। ਜੇ ਮੁਕਤ ਲਫ਼ਜ਼ ਦਾ ਤੱਤਾ ਮੁਕਤਾ ਹੈ ਤਾਂ ਉਹਦਾ ਅਰਥ ਹੋਵੇਗਾ ਮੁਕਤੀ ਪ੍ਰਾਪਤ ਕਰਨ ਵਾਲੇ, ਬਹੁ ਵਚਨ। ਉਚਾਰਨ ਇੱਕੋ ਹੀ ਆ ਮੁਕਤ। ਹੁਣ ਜੇ ਮੁਕਤ ਦੇ ਤੱਤੇ ਨੂੰ ਹੁਸ਼ਿਆਰੀ ਹੈ ਤਾਂ ਤੱਤੇ ਨੂੰ ਹੁਸ਼ਿਆਰੀ ਬੋਲੀ ਨਹੀਂ ਜਾਂਦੀ। ਇਹ ਤੱਤੇ ਨੂੰ ਹੁਸ਼ਿਆਰੀ ਹੈ ਜੋ ਇਹ ਦੱਸ ਰਹੀ ਹੈ ਕਿ ਇੱਥੇ ਮੁਕਤੀ ਦਾ ਅਰਥ ਹੈ। ਫਿਰ ਜਪ ਲਫ਼ਜ਼ ਹੈ, ਜੇ ਪੱਪੇ ਨੂੰ ਹੁਸ਼ਿਆਰੀ ਹੈ ਤਾਂ ਇਹ ਕਿਰਿਆਵਾਚਕ ਲਫ਼ਜ਼ ਬਣ ਜਾਂਦਾ ਹੈ। ਜਪੋ, ਜਪ ਕੇ। ਜੇ ਪੱਪੇ ਨੂੰ ਔਂਕੜ ਹੈ ਤਾਂ ਇਹ ਇੱਕ ਵਚਨ ਨਾਲ ਬਣ ਜਾਂਦਾ ਹੈ। ਜਿਸ ਤਰ੍ਹਾਂ ਜਪ, ਇਹ ਗੁਰਬਾਣੀ ਦਾ ਸਰਲੇਖ ਹੈ, ਉੱਥੇ ਪੱਪੇ ਨੂੰ ਔਂਕੜ ਲੱਗੀ ਹੋਈ ਹੈ।
ਜਿਸ ਤਰ੍ਹਾਂ ਕਰ ਲਫ਼ਜ਼ ਹੈ, ਜੇ ਕੱਕਾ ਰਾਰੇ ਨੂੰ ਹੁਸ਼ਿਆਰੀ ਹੈ ਤਾਂ ਕਿਰਿਆਵਾਚਕ ਲਫ਼ਜ਼ ਹੈ। ਜੇ ਕੱਕਾ ਰਾਰੇ ਨੂੰ ਔਂਕੜ ਹੈ ਤਾਂ ਇੱਕ ਵਚਨ ਨਾਵ ਹੈ, ਭਾਵ ਹੱਥ। ਜੇ ਕੱਕਾ ਰਾਰਾ ਮੁਕਤਾ ਹੈ ਤਾਂ ਇਹਦਾ ਭਾਵ ਬਹੁਤੇ ਹੱਥ। ਕਾਮਣ ਲਫ਼ਜ਼ ਹੈ, ਜੇ ਨਾਣੇ ਨੂੰ ਹੁਸ਼ਿਆਰੀ ਹੈ ਕਾਮਣ ਦੇ ਤਾਂ ਅਰਥ ਇਸਤਰੀ। ਜੇ ਕਾਮਣ ਨਾਣਾ ਮੁਕਤਾ ਹੈ ਤਾਂ ਅਰਥ ਹੈ ਟੂਣੇ। ਜੇ ਨਾਣੇ ਨੂੰ ਔਂਕੜ ਲੱਗੀ ਹੈ ਤਾਂ ਅਰਥ ਹੈ ਟੂਣਾ। ਸੋ ਉਚਾਰਨ ਇੱਕੋ ਹੀ ਹੋਵੇਗਾ ਕਾਮਣ, ਪਰ ਲਿਖਿਆ ਹੋਇਆ ਵੱਖ-ਵੱਖ ਤਰ੍ਹਾਂ। ਕਿਤੇ ਨਾਣੇ ਨੂੰ ਹੁਸ਼ਿਆਰੀ ਹੈ, ਕਿਤੇ ਨਾਣਾ ਮੁਕਤਾ ਹੈ, ਕਿਤੇ ਨਾਣਾ ਨੂੰ ਔਂਕੜ ਲੱਗੀ ਹੋਈ ਹੈ। ਖੀਰ ਲਫ਼ਜ਼, ਜੇ ਤਾਂ ਰਾਰੇ ਨੂੰ ਹੁਸ਼ਿਆਰੀ ਹੈ ਤਾਂ ਉਹਦਾ ਅਰਥ ਹੋਵੇਗਾ ਚੌਲਾਂ ਤੇ ਦੁੱਧ ਤੋਂ ਤਿਆਰ ਕੀਤੀ ਹੋਈ ਖੀਰ, ਇਸਤਰੀ ਲਿੰਗ ਹੈ। ਜੇ ਖੀਰ ਲਫ਼ਜ਼ ਦੇ ਰਾਰੇ ਨੂੰ ਔਂਕੜ ਹੈ ਤਾਂ ਉਹਦਾ ਅਰਥ ਹੋ ਗਿਆ ਦੁੱਧ। ਉਚਾਰਨ ਇੱਕੋ ਹੀ ਹੋਵੇਗਾ ਖੀਰ। ਉੱਥੇ ਖੀਰ ਦੇ ਰਾਰੇ ਨੂੰ ਹੁਸ਼ਿਆਰੀ ਨਹੀਂ ਬੋਲਦੀ, ਉਚਾਰਨ ਹੋਗਾ ਖੀਰ। ਜੇ ਖੀਰ ਰਾਰੇ ਨੂੰ ਔਂਕੜ ਲੱਗੀ ਹੈ ਤਾਂ ਔਂਕੜ ਵੀ ਨਹੀਂ ਬੋਲਦੀ, ਉਚਾਰਨ ਹੋਗਾ ਖੀਰ। ਖੀਰ ਇਦਾਂ ਤਾਂ ਕੋਈ ਨਹੀਂ ਬੋਲਦਾ। ਸੋ ਕਹਿਣ ਦਾ ਭਾਵ ਕੀ ਹੈ ਕਿ ਇਦਾਂ ਦੇ ਅਨੇਕਾਂ ਹੀ ਲਫ਼ਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਹਨ, ਜਿਹੜੇ ਕਿ ਵੱਖ-ਵੱਖ ਤਰ੍ਹਾਂ ਨਾਲ ਲਿਖੇ ਗਏ ਹਨ, ਪਰ ਉਹਨਾਂ ਦਾ ਉਚਾਰਨ ਇੱਕੋ ਹੀ ਹੁੰਦਾ ਹੈ। ਫਿਰ ਅਗਲਾ ਨਿਯਮ ਹੈ ਗੁਰਬਾਣੀ ਨੂੰ ਸਮਝਣ ਵਾਸਤੇ ਕਿ ਅਰਥ ਭਾਵ ਨੂੰ ਸਮਝਦੇ ਹੋਏ ਕਿਸੇ ਲਫ਼ਜ਼ ਦਾ ਸ਼ੁੱਧ ਉਚਾਰਨ ਕਰਨਾ ਹੈ। ਇੱਕੋ ਤਰ੍ਹਾਂ ਲਿਖਿਆ ਗਿਆ ਲਫ਼ਜ਼ ਵੱਖ-ਵੱਖ ਥਾਵਾਂ ਤੇ, ਪਰ ਉਹਦੇ ਅਰਥ ਨੂੰ ਸਮਝਦੇ ਹੋਏ ਵੱਖ-ਵੱਖ ਥਾਵਾਂ ਤੇ ਉਚਾਰਨ ਵੱਖ-ਵੱਖ ਹੁੰਦਾ ਹੈ। ਜਿਵੇਂ ਤੀਨ ਸੇਰ ਕਾ ਦਿਹਾੜੀ ਮਹਿਮਾਨ, ਇੱਥੇ ਸੇਰ ਦਾ ਅਰਥ ਹੈ ਭਾਰ ਦੇ ਨਾਲ। ਜੇ ਆ ਗਿਆ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਇੱਥੇ ਸੱਸੇ ਦੇ ਪੈਰ 'ਚ ਬਿੰਦਾ ਲਾ ਕੇ ਬੋਲੇਗਾ ਸ਼ੇਰ। ਸੋ ਇੱਕ ਸੇਰ ਹੈ, ਇੱਕ ਸ਼ੇਰ ਹੈ, ਪਰ ਦੋਵੇਂ ਥਾਵਾਂ ਤੇ ਲਿਖਿਆ ਇੱਕੋ ਤਰ੍ਹਾਂ ਹੈ, ਪਰ ਅਸੀਂ ਅਰਥ ਭਾਵ ਨੂੰ ਸਮਝਦੇ ਹੋਏ ਉਚਾਰਨ ਕਰਨਾ ਹੈ। ਜਿਸ ਤਰ੍ਹਾਂ ਜੇ ਤਾਂ ਮੈਨੂੰ ਦਾ ਅਰਥ ਹੈ ਤਾਂ ਮੋਹੇ ਉਚਾਰਨ ਹੋਵੇਗਾ, ਮੰਮੇ ਨੂੰ ਹੋੜਾ ਹਾਹੀ ਨੂੰ ਹੁਸ਼ਿਆਰੀ। ਪਰ ਜਿੱਥੇ ਅਰਥ ਹੈ ਮੋਹ ਦਾ, ਉੱਥੇ ਮੋਹ ਉਚਾਰਨ ਹੋਵੇਗਾ, ਭਾਵੇਂ ਮੰਮੇ ਨੂੰ ਹੋੜਾ ਹਾਹੀ ਨੂੰ ਹੁਸ਼ਿਆਰੀ ਹੀ ਲਿਖਿਆ ਹੋਵੇ, ਪਰ ਜੇ ਅਰਥ ਉੱਥੇ ਮੋਹ ਦਾ ਹੈ ਤਾਂ ਉੱਥੇ ਉਚਾਰਨ ਹੋਵੇਗਾ ਮੋਹ। ਜੇ ਨਾਮ ਦਾ ਉਚਾਰਨ ਹੈ ਤਾਂ ਉਚਾਰਨ ਹੋਵੇਗਾ ਨਾਉ। ਜੇ ਨਾਮ ਦਾ ਅਰਥ ਹੈ ਤਾਂ ਨਾਉ ਉਚਾਰਨ ਹੁੰਦਾ ਹੈ, ਜੇਤਾ ਕੀਤਾ ਤੇਤਾ ਨਾਉ। ਜੇ ਨਹਾਉਣ ਦਾ ਅਰਥ ਹੈ ਤਾਂ ਉਚਾਰਨ ਹੁੰਦਾ ਹੈ ਅੰਤਰਗਤ ਤੀਰਥ ਮਲ ਨਹਾਓ। ਲਿਖਿਆ ਇੱਕੋ ਤਰ੍ਹਾਂ ਹੈ, ਪਰ ਉਚਾਰਨ ਕਰਦੇ ਹਾਂ ਆਪਾਂ ਅਰਥ ਭਾਵ ਨੂੰ ਸਮਝਦੇ ਹੋਏ। ਜਿਸ ਤਰ੍ਹਾਂ ਲਫ਼ਜ਼ ਹੈ ਗੱਗਾ ਲੱਲੇ ਨੂੰ ਵਿਹਾਰੀ, ਜੇ ਤਾਂ ਗਲੀ ਦਾ ਅਰਥ ਹੈ ਤਾਂ ਉਚਾਰਨ ਕਰਾਂਗੇ ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਗੱਲਾਂ ਨਾਲ ਦਾ ਅਰਥ ਹੈ ਤਾਂ ਉਚਾਰਨ ਕਰਾਂਗੇ ਇੱਕ ਫਿਰਹੇ ਘਨੇਰੇ ਕਰਹੇ ਗੱਲਾਂ ਗੱਲੀ ਕਿਨੇ ਨਾ ਪਾਇਆ, ਫਿਰ ਗੱਲੀ ਉਚਾਰਨ ਕਰਾਂਗੇ। ਜੇ ਗਲਾਂ ਵਿੱਚ ਦਾ ਅਰਥ ਹੈ ਤਾਂ ਗਲੀ ਉਚਾਰਨ ਕਰਾਂਗੇ। ਗਲੀ ਜਿਨ੍ਹਾਂ ਜਪ ਮਾੜੀਆਂ ਲੋਟੇ ਹੱਥ ਨਿਵਗ। ਸੋ ਤਿੰਨੋਂ ਥਾਂ ਤੇ ਇੱਕੋ ਤਰ੍ਹਾਂ ਹੀ ਲਿਖਿਆ ਹੈ ਗੱਗਾ ਲੱਲੇ ਨੂੰ ਵਿਹਾਰੀ, ਪਰ ਉਚਾਰਨ ਕਿਤੇ ਗਲੀ ਹੋਵੇਗਾ, ਕਿਤੇ ਗੱਲੀ ਹੋਵੇਗਾ, ਕਿਤੇ ਗਲੀ ਹੋਵੇਗਾ। ਮੁਸੱਲਾ ਆਪਾਂ ਬੋਲਦੇ ਹਾਂ ਸਾਰੇ, ਥੱਲੇ ਵਿਛਾਉਣ ਵਾਲਾ ਆਸਨ ਭਾਵ ਮੁਸਲਾ ਕੋਈ ਨਹੀਂ ਬੋਲਦਾ। ਸਾਰੇ ਆਪਾਂ ਮਸ਼ੱਕਤ ਬੋਲਦੇ ਹਾਂ, ਸੱਸੇ ਦੇ ਪੈਰ 'ਚ ਬਿੰਦਾ ਵੀ ਲਾਉਂਦੇ ਹਾਂ ਤੇ ਦੁੱਤ ਉਚਾਰਨ ਕਹਿ ਲਓ ਅੱਧ ਕਾਲਾ ਉਚਾਰਨ ਵੀ ਕਰਦੇ ਹਾਂ। ਫਿਰ ਪੱਗ ਲਫ਼ਜ਼ ਹੈ, ਜੇ ਤਾਂ ਕਦਮ ਦਾ ਅਰਥ ਹੈ ਤਾਂ ਪੱਗ ਬੋਲਾਂਗੇ। ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਵਾਲੇ। ਜੇ ਪੱਗ ਦਾ ਅਰਥ ਹੈ ਤਾਂ ਪੱਗ ਬੋਲਾਂਗੇ। ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੇਲੀ ਹੋ ਜਾਏ। ਲਿਖਿਆ ਇੱਕੋ ਤਰ੍ਹਾਂ ਹੀ ਹੈ ਪੱਪਾ ਗੱਗਾ। ਜੇ ਮੈਲ ਦਾ ਅਰਥ ਹੈ ਤਾਂ ਮਲ ਬੋਲਾਂਗੇ। ਮਲ ਕੂੜੀ ਨਾਮ ਉਤਾਰੀ ਅਨ ਜਪ ਨਾਮ ਹੋਆ ਸਚਿਆਰ। ਜੇ ਪਹਿਲਵਾਨ ਦਾ ਅਰਥ ਹੈ ਤਾਂ ਮੱਲ ਬੋਲਾਂਗੇ। ਖੁੰਡਾ ਅੰਦਰ ਰੱਖ ਕੇ ਦੇਣ ਸੋ ਮੱਲ ਸਜਾਏ। ਜੇ ਬਰਾਦਰੀ ਭਾਵ ਦਾ ਅਰਥ ਹੈ ਤਾਂ ਨਾਈ ਬੋਲਾਂਗੇ। ਨਾਈ ਉਤਰਿਓ ਸੈਨ ਸੇਵ। ਜੇ ਨਹਾਉਣ ਦਾ ਅਰਥ ਹੈ ਤਾਂ ਨਹਾਈ ਬੋਲਾਂਗੇ। ਲੌਕੀ 8 ਤੀਰਥ ਨਹਾਈ।
ਜੇ ਵਰਣਮਾਲਾ ਦੇ ਅੱਖਰ ਦਾ ਭਾਵ ਹੈ ਤਾਂ ਬੋਲਾਂਗੇ ਡੱਡਾ ਡਰ ਉਪਜੈ ਡਰ ਜਾਈ। ਡੱਡਾ ਵਰਣਮਾਲਾ ਦਾ ਜੋ ਅੱਖਰ ਹੈ। ਤੇ ਜੇ ਅਰਥ ਹੈ ਡੱਡਾਂ ਦਾ ਤਾਂ ਫਿਰ ਡੱਡਾਂ ਬੋਲਾਂਗੇ। ਹੰਸਾ ਹੀਰਾ ਮੋਤੀ ਜੁਗਣਾ ਬੱਗ ਡੱਡਾਂ ਭਾਲਣ ਜਾਏ। ਲਿਖਿਆ ਇੱਕੋ ਤਰ੍ਹਾਂ ਹੈ ਦੋਨੇ ਥਾਂ ਤੇ, ਡੱਡਾ ਡੱਡੇ ਨੂੰ ਕੰਨਾ, ਪਰ ਉਚਾਰਨ ਹੋਵੇਗਾ ਅਰਥ ਭਾਵ ਮੁਤਾਬਕ। ਸਾਈ ਜੇ ਤਾਂ ਉਹਦਾ ਅਰਥ ਹੈ ਤਾਂ ਸਾਈ ਬੋਲਾਂਗੇ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੇ ਪ੍ਰਮਾਤਮਾ ਦਾ ਅਰਥ ਹੈ ਤਾਂ ਬੋਲਾਂਗੇ ਸਾਈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਜੇ ਜਿਨ੍ਹਾਂ ਦਾ ਅਰਥ ਹੈ ਤਾਂ ਜਿਨ੍ਹਾਂ ਬੋਲਾਂਗੇ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਜੇ ਜਿੰਨ ਦਾ ਅਰਥ ਹੈ ਤਾਂ ਬੋਲਾਂਗੇ ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ। ਇੱਥੇ ਨੰਨੇ ਦੇ ਪੈਰ ਦੇ ਵਿੱਚ ਹਾਹਾ ਨਹੀਂ ਲੱਗਣ ਦੇਣਾ, ਜ਼ਬਾਨ ਨੂੰ ਰੋਕ ਕੇ ਬੋਲਣਾ ਹੈ, ਜਿੰਨਾਂ ਦਾ ਅਵਤਾਰ। ਪਰ ਲਿਖਿਆ ਦੋਵੇਂ ਥਾਂ ਤੇ ਇੱਕੋ ਤਰ੍ਹਾਂ ਹੈ। ਜਨ ਪਰ ਉਪਕਾਰੀ ਆਏ। ਤੇ ਜੇ ਜਨ ਲਫ਼ਜ਼ ਫਾਰਸੀ ਦਾ ਲਫ਼ਜ਼ ਹੈ ਤਾਂ ਉੱਥੇ ਉਚਾਰਨ ਹੋਵੇਗਾ ਜਨ। ਜੱਜੇ ਦੇ ਪੈਰ 'ਚ ਬਿੰਦਾ ਲਾ ਕੇ, ਭਾਵ ਇਸਤਰੀ ਦਾ ਅਰਥ। ਜਿਵੇਂ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਸੋ ਏਦਾਂ ਸਿੱਧ ਹੋਇਆ ਕਿ ਲਿਖੇ ਦੇ ਮੁਤਾਬਕ ਉਚਾਰਨ ਨਹੀਂ ਹੁੰਦਾ। ਕਿਤੇ ਤਾਂ ਅਰਥ ਭਾਵ ਨੂੰ ਸਮਝਦੇ ਹੋਏ ਇੱਕੋ ਲਫ਼ਜ਼ ਦਾ ਉਚਾਰਨ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਹੁੰਦਾ ਹੈ, ਤੇ ਕਿਤੇ ਉਚਾਰਨ ਇੱਕੋ ਹੀ ਹੁੰਦਾ ਹੈ ਪਰ ਉਹਦੇ ਅਰਥ ਵੱਖ-ਵੱਖ ਹੁੰਦੇ ਆ। ਜਿਸ ਤਰ੍ਹਾਂ ਪਹਿਲਾਂ ਆਪਾਂ ਸਮਝ ਲਿਆ ਵੀ ਭਗਤ ਜੇ ਤੱਤੇ ਨੂੰ ਸਿਹਾਰੀ ਲੱਗੀ ਹੈ ਤਾਂ ਭਗਤੀ ਦਾ ਅਰਥ ਹੈ, ਜੇ ਤੱਤਾ ਮੁਕਤਾ ਹੈ ਤਾਂ ਭਗਤੀ ਕਰਨ ਵਾਲਿਆਂ ਦਾ ਅਰਥ ਹੈ। ਉਚਾਰਨ ਇੱਕੋ ਹੀ ਹੁੰਦਾ ਹੈ ਪਰ ਉਹ ਜੋ ਸਿਹਾਰੀ ਹੈ ਉਹਨੇ ਆਪਾਂ ਨੂੰ ਅਰਥ ਭਾਵ ਦੱਸ ਦਿੱਤਾ। ਜਿਸ ਤਰ੍ਹਾਂ ਪਹਿਲਾਂ ਆਪਾਂ ਵਿਚਾਰਿਆ ਹੈ, ਕੋਟ ਹੈ ਜੇ ਟੈਂਕੇ ਨੂੰ ਸਿਹਾਰੀ ਹੈ ਤਾਂ ਕਰੋੜ, ਜੇ ਟੈਂਕੇ ਨੂੰ ਔਂਕੜ ਹੈ ਤਾਂ ਅਰਥ ਹੈ ਕਿਲਾ। ਉਚਾਰਨ ਦੋਨਾਂ ਦਾ ਇੱਕੋ ਹੀ ਹੈ। ਸੋ ਸਿੱਧ ਹੋਇਆ ਏਦਾਂ ਜਿਵੇਂ ਲਿਖਿਆ ਹੈ ਉਵੇਂ ਨਹੀਂ ਬੋਲਿਆ ਜਾਂਦਾ। ਕੁਝ ਲਫ਼ਜ਼ ਇੱਕੋ ਤਰ੍ਹਾਂ ਬੋਲੇ ਜਾਂਦੇ ਆ ਭਾਵੇਂ ਵੱਖ-ਵੱਖ ਤਰ੍ਹਾਂ ਨਾਲ ਲਿਖੇ ਹੈ, ਤੇ ਕੁਝ ਲਫ਼ਜ਼ ਅਰਥਾਂ ਨੂੰ ਸਮਝਦੇ ਹੋਏ ਵੱਖ-ਵੱਖ ਉਚਾਰਨ ਹੁੰਦਾ ਹੈ। ਜਿਸ ਤਰ੍ਹਾਂ ਆਪਾਂ ਕੀਤਾ ਹੈ ਸ਼ੇਰ ਸ਼ੇਰ, ਮੋਹੇ ਮੋਹ, ਨਾਉ ਨਾਉ, ਗਲੀ ਗੱਲੀ ਗਲੀ। ਸੋ ਇਹ ਪਹਿਲਾ ਨਿਯਮ ਆਪਾਂ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਇੱਕ ਹੋਰ ਵਿਚਾਰ ਕਰੀਏ ਆਪਾਂ, ਜੇ ਦੁੱਤ ਉਚਾਰਨ ਹੋ ਸਕਦਾ ਹੈ ਜਿਸ ਤਰ੍ਹਾਂ ਆਪਾਂ ਕਰਦੇ ਹਾਂ ਸਾਰੇ, ਮੁਸੱਲਾ, ਮਸ਼ੱਕਤ, ਉਚੱਕਾ, ਮੁਹੱਬਤ, ਕੁਸੱਤ, ਫਰਕ। ਪੈਰ ਦੇ ਵਿੱਚ ਬਿੰਦਾ ਲਾ ਕੇ ਵੀ ਉਚਾਰਨ ਕਰਦੇ ਹਾਂ ਫਾਰਸੀ ਦੇ ਲਫ਼ਜ਼। ਜਿਸ ਤਰ੍ਹਾਂ ਮਸ਼ੱਕਤ ਆਪਾਂ ਸਾਰੇ ਪੜ੍ਹਦੇ ਹਾਂ, ਜਿਸ ਤਰ੍ਹਾਂ ਸ਼ੇਰ ਪੜ੍ਹਿਆ ਸੀ ਸੱਸੇ ਦੇ ਪੈਰ 'ਚ ਬਿੰਦਾ ਲਾ ਕੇ। ਪੈਰ ਦੇ ਵਿੱਚ ਹਾਹਾ ਲਾ ਕੇ ਵੀ ਬੋਲਦੇ ਹਾਂ ਸਾਰੇ, ਜਿਵੇਂ ਨਾਉ ਲਫ਼ਜ਼ ਆਇਆ ਸੀ, ਜਿੰਨਾ ਲਫ਼ਜ਼ ਆਇਆ ਸੀ। ਫਿਰ ਜੇ ਦੁੱਤ ਉਚਾਰਨ ਹੋ ਸਕਦਾ ਹੈ ਭਾਵ ਅਧਕ ਵਾਲਾ ਉਚਾਰਨ, ਪੈਰ ਵਿੱਚ ਹਾਹਾ ਲਾ ਕੇ ਉਚਾਰਨ ਹੋ ਸਕਦਾ ਹੈ। ਜੇ ਪੈਰ ਵਿੱਚ ਬਿੰਦਾ ਲਾਇਆ ਜਾ ਸਕਦਾ ਹੈ ਤਾਂ ਫਿਰ ਨਾਸਕੀ ਉਚਾਰਨ ਕਿਉਂ ਨਹੀਂ ਹੋ ਸਕਦਾ? ਭਾਵ ਬਿੰਦਾ ਲਾ ਕੇ ਨਾਸਕੀ ਉਚਾਰਨ ਕਿਉਂ ਨਹੀਂ ਹੋ ਸਕਦਾ? ਪਿੰਗਲ ਦਾ ਵੀ ਨਿਯਮ ਹੈ ਕਿ ਨਾਸਕੀ ਉਚਾਰਨ ਕਰਨ ਨਾਲ ਮਾਤਰਾ ਵਿੱਚ ਕੋਈ ਫਰਕ ਨਹੀਂ ਪੈਂਦਾ, ਗੁਰਬਾਣੀ ਵਿੱਚ ਕੋਈ ਘਾਟ ਵਾਧ ਨਹੀਂ। ਐਸਾ ਸੋਚਣਾ ਹੀ ਮਹਾਪਾਪ ਹੈ। ਪਰ ਗੁਰੂ ਅਰਜਨ ਸਾਹਿਬ ਨੇ ਇਹ ਗੁੱਝਾ ਭੇਦ ਰੱਖਿਆ ਹੈ ਕਿ ਜਿਸ ਦੀ ਸੁਰਤ ਅਰਥ ਭਾਵ ਨੂੰ ਸਮਝੇਗੀ ਉਸ ਦੀ ਰਸਨਾ ਹੀ ਸ਼ੁੱਧ ਉਚਾਰਨ ਕਰੇਗੀ। ਉਚਾਰਨ ਤੋਂ ਪਹਿਲਾਂ ਸੁਰਤ ਨੇ ਪਕੜ ਕਰਨੀ ਹੈ। ਜਿਵੇਂ ਅੰਤਰਗਤ ਤੀਰਥ ਮਲ ਨਹਾਓ, ਸੁਰਤ ਨੇ ਸਮਝ ਲਿਆ ਵੀ ਨਹਾਉਣ ਦਾ ਅਰਥ ਹੈ, ਜੀਵ ਨੇ ਉਚਾਰਨ ਕੀਤਾ ਨਹਾਓ। ਜਿਸ ਤਰ੍ਹਾਂ ਕਿ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ, ਸੁਰਤ ਨੇ ਸਮਝ ਲਿਆ ਵੀ ਮੋਰਾ ਨੇ ਦਾ ਅਰਥ ਹੈ ਤੇ ਜੀਵ ਨੇ ਉਚਾਰਨ ਕੀਤਾ ਮੋਰੀ ਰੁਣ ਝੁਣ ਲਾਇਆ। ਜੇ ਸੁਰਤ ਨਾ ਸਮਝਦੀ ਹੋਵੇ ਗੁਰਬਾਣੀ ਨੂੰ ਤਾਂ ਬੋਲਣਾ ਸੀ ਮੋਰੀ ਰੁਣ ਝੁਣ ਲਾਇਆ। ਮੋਰੀ ਮੋਰੀ ਤਾਂ ਹੁੰਦਾ ਗੁਰਦ ਖਲਾਈ ਮੋਰੀ। ਇੱਕ ਮੋਰੀ ਹੈ, ਇੱਕ ਮੋਰੀ ਹੈ, ਲਿਖਿਆ ਦੋਵੇਂ ਥਾਂ ਤੇ ਇੱਕੋ ਤਰ੍ਹਾਂ ਹੈ, ਪਰ ਗੁਰਸਿੱਖ ਦੀ ਸੁਰਤ ਨੇ ਅਰਥ ਭਾਵ ਨੂੰ ਸਮਝਦੇ ਹੋਏ ਸ਼ੁੱਧ ਉਚਾਰਨ ਕਰਨਾ ਹੈ।
ਇਹ ਗੁਰੂ ਜੀ ਨੇ ਗੁੱਝਾ ਭੇਦ ਇਸੇ ਕਰਕੇ ਰੱਖਿਆ ਵੀ ਗੁਰਬਾਣੀ ਪੜ੍ਹਨ ਵੇਲੇ ਗੁਰਸਿੱਖ ਦੀ ਸੁਰਤ ਇਕਾਗਰ ਹੋਣੀ ਚਾਹੀਦੀ ਹੈ ਤੇ ਗੁਰਬਾਣੀ ਨੂੰ ਸਮਝਣ ਤੋਂ ਬਾਅਦ ਹੀ ਗੁਰਬਾਣੀ ਦਾ ਸ਼ੁੱਧ ਉਚਾਰਨ ਕੀਤਾ ਜਾ ਸਕਦਾ ਹੈ। ਇਸ ਕਰਕੇ ਗੁੱਝਾ ਭੇਦ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਰੱਖਿਆ ਹੈ। ਜੇ ਅਸੀਂ ਨਾਸਕੀ ਉਚਾਰਨ ਨਹੀਂ ਕਰਦੇ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਜਿਸ ਤਰ੍ਹਾਂ ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਸਭ ਕਿਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਉ ਬਲ ਜਾਈ ਜੀਓ। ਹੁਣ ਇੱਥੇ ਉਚਾਰਨ ਕੀਤਾ ਗਰੀਬਾਂ ਅਨਾਥਾਂ ਤੇਰਾ ਮਾਣਾ, ਇਹਦਾ ਸ਼ੁੱਧ ਉਚਾਰਨ ਹੋ ਗਿਆ। ਜੇ ਉਚਾਰਨ ਕਰ ਦਿੱਤਾ ਗਰੀਬਾ ਅਨਾਥਾ ਤੇਰਾ ਮਾਣਾ, ਅਨਰਥ ਹੋ ਗਿਆ। ਇਉਂ ਲੱਗੇਗਾ ਅਸੀਂ ਪਰਮਾਤਮਾ ਨੂੰ ਕਹਿ ਰਹੇ ਹਾਂ ਗਰੀਬਾ ਅਨਾਥਾ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹੁ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਪਰਮਾਤਮਾ ਜੀ ਨਾ ਤੁਸੀਂ ਡੋਲਦੇ ਹੋ ਨਾ ਅਸੀਂ ਗਿਰਦੇ ਹਾਂ। ਡੋਲਹੁ ਜੇ ਉਚਾਰਨ ਕਰ ਦਿੱਤਾ ਨਾ ਤੁਮ ਡੋਲੋ ਨਾ ਹਮ ਗਿਰਤੇ ਤਾਂ ਅਨਰਥ ਹੋ ਗਿਆ। ਇਉਂ ਲੱਗੇਗਾ ਅਸੀਂ ਪਰਮਾਤਮਾ ਨੂੰ ਕਹਿ ਰਹੇ ਹਾਂ ਕਿ ਪਰਮਾਤਮਾ ਜੀ ਤੁਸੀਂ ਡੋਲੋ ਨਾ। ਕੀ ਪਰਮਾਤਮਾ ਡੋਲਦਾ? ਜਨ ਨਾਨਕ ਤਿਸ ਬਲਿਹਾਰਨੈ, ਜੋ ਆਪ ਜਪੈ ਆਵਰਾ ਨਾਮ ਜਪਾਵੈ। ਆਵਰਾ ਹੋਰਾਂ ਨੂੰ ਜੇ ਉਚਾਰਨ ਕਰ ਦਿੱਤਾ ਆਵਰਾ ਨਾਮ ਜਪਾਵੈ ਤਾਂ ਆਵਰਾ ਨਾਮ ਵੀ ਹੋਰ ਹੀ ਨਾਮ, ਇਹ ਅਨਰਥ ਹੋ ਗਿਆ। ਸੋ ਕਹਿਣ ਦਾ ਭਾਵ ਜੇ ਅਸੀਂ ਲੋੜ ਪੈਣ ਤੇ ਨਾਸਕੀ ਉਚਾਰਨ ਨਹੀਂ ਕਰਦੇ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਜਿੱਥੇ ਉੱਤਮ ਪੁਰਖ ਹੋਵੇ ਉੱਥੇ ਨਾਸਕੀ ਉਚਾਰਨ ਕਰਨਾ ਜ਼ਰੂਰੀ ਹੁੰਦਾ ਹੈ। ਜਿਵੇਂ ਆਖਾਂ ਜੀਵਾਂ ਬਿਸਰੈ ਮਰ ਜਾਓ, ਜੇ ਪਾਠ ਕਰ ਦਿੱਤਾ ਬਿਸਰੈ ਮਰ ਜਾਓ ਫਿਰ ਭਾਵ ਵੀ ਤੁਸੀਂ ਮਰ ਜਾਓ। ਇੱਥੇ ਗੁਰੂ ਨਾਨਕ ਸਾਹਿਬ ਜੀ ਉੱਤਮ ਪੁਰਖ ਦੇ ਵਿੱਚ ਫਸਟ ਪਰਸਨ ਉੱਤਮ ਪੁਰਖ ਦੇ ਵਿੱਚ ਬਾਣੀ ਉਚਾਰਨ ਕਰ ਰਹੇ ਹੈ, ਜਿਸ ਕਰਕੇ ਨਾਸਕੀ ਉਚਾਰਨ ਹੋਵੇਗਾ। ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਗੁਰੂ ਜੀ ਕਹਿੰਦੇ ਮੈਂ ਵੀ ਤੀਰਥ ਤੇ ਨਹਾਉਣ ਜਾਂਦਾ ਹਾਂ, ਪਰ ਮੇਰਾ ਤੀਰਥ ਪਰਮਾਤਮਾ ਦੀ ਯਾਦ ਹੈ। ਪਰਮਾਤਮਾ ਨੂੰ ਯਾਦ ਕਰਨਾ ਹੀ ਮੇਰਾ ਤੀਰਥ ਇਸ਼ਨਾਨ ਹੈ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਸੋ ਏਦਾਂ ਜਿੱਥੇ ਵੀ ਗੁਰਬਾਣੀ ਉੱਤਮ ਪੁਰਖ ਦੇ ਵਿੱਚ ਭਾਵ ਕਿ ਫਸਟ ਪਰਸਨ ਦੇ ਭਾਵ ਦੇ ਵਿੱਚ ਉਚਾਰਨ ਕੀਤੀ ਹੋਈ ਹੈ, ਉੱਥੇ ਨਾਸਕੀ ਉਚਾਰਨ ਕਰਨਾ ਬਹੁਤ ਜ਼ਰੂਰੀ ਹੈ। ਜਿੱਥੇ ਬਹੁਵਚਨ ਹੋਵੇ ਉੱਥੇ ਨਾਸਕੀ ਉਚਾਰਨ ਹੁੰਦਾ ਹੈ, ਭਾਵ-ਬਿੰਦੇ ਵਾਲਾ ਉਚਾਰਨ। ਜਿਵੇਂ ਮੋਰੀ ਰੁਣ ਝੁਣ ਲਾਇਆ, ਮੋਰਾਂ ਨੇ, ਪੁੱਤਰੀ ਕੌਲ ਨਾ ਪਾਲਿਓ, ਪੁੱਤਰੀ ਪੁੱਤਰਾਂ ਨੇ। ਜੇ ਉਚਾਰਨ ਕਰ ਦਿੱਤਾ ਪੁੱਤਰੀ ਤਾਂ ਪੁੱਤਰੀ ਤਾਂ ਗੁਰੂ ਨਾਨਕ ਸਾਹਿਬ ਦੇ ਹੈ ਨਹੀਂ ਸੀ। ਪੁੱਤਰੀ ਬਹੁਵਚਨ, ਪੁੱਤਰਾਂ ਨੇ। ਗੁਣਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼ ਗੁਣਹੀ ਔਗਣਾ ਦਾ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ। ਹੁਣ ਸਲੋਕਾਂ ਬਹੁਵਚਨ ਆ ਗਿਆ, ਸਲੋਕਾਂ ਨਾਲ ਤਾਂ ਨਹੀਂ ਬੋਲਦੇ ਨਾ, ਸਲੋਕਾਂ ਨਾਲ। ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ, ਟੋਭਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ। ਗਲੀਆਂ ਨਾਲਿਆਂ ਟੋਭਿਆਂ ਕਾ ਜਲ ਬਹੁਵਚਨ ਆ ਗਿਆ। ਜੇ ਪਾਠ ਕਰਾਂਗੇ ਗਲੀਆ ਨਾਲਿਆ ਟੋਭਿਆ, ਕਿਸ ਤਰ੍ਹਾਂ ਲੱਗੇਗਾ ਪਾਠ? ਜਿੱਥੇ ਗਿਣਤੀਵਾਚਕ ਸ਼ਬਦਾਂ ਦੇ ਅਖੀਰ ਹਾਹੇ ਨੂੰ ਔਂਕੜ ਲੱਗੀ ਹੁੰਦੀ ਹੈ ਉੱਥੇ ਵੀ ਨਾਸਕੀ ਉਚਾਰਨ ਹੁੰਦਾ ਹੈ। ਜਿਵੇਂ ਦੋਹੋਂ, ਚੌਹੋਂ, ਪੰਚਹੋਂ। ਫਿਰ ਇਹਨਾਂ ਪੰਕਤੀਆਂ ਵੱਲ ਵੀ ਧਿਆਨ ਦਿਓ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ ਗੋਇੰਦਾ। ਜੇ ਪਾਠ ਕਰਾਂਗੇ ਗੋਏ ਦਾ, ਕਿਸ ਤਰ੍ਹਾਂ ਲੱਗੇਗਾ? ਜਾ ਕਾ ਮੀਤ ਸਾਜਨ ਹੈ ਸੰਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਸੋ ਕਹਿਣ ਦਾ ਭਾਵ ਏਦਾਂ ਇਹ ਨਿਯਮਾਂ ਦੇ ਮੁਤਾਬਕ ਜਿੱਥੇ ਉੱਤਮ ਪੁਰਖ ਦੀ ਬਾਣੀ ਹੈ ਜਾਂ ਜਿੱਥੇ ਬਹੁਵਚਨ ਹੈ ਉੱਥੇ ਬਿੰਦੇ ਸਹਿਤ ਨਾਸਕੀ ਉਚਾਰਨ ਕਰਨਾ ਅਤੀ ਜ਼ਰੂਰੀ ਹੈ। ਇੱਕ ਪਾਸੇ ਕਈ ਵੀਰ ਕਹਿ ਦਿੰਦੇ ਆ ਬਿੰਦਾ ਨਹੀਂ ਲਾਉਣਾ, ਨਾਸਕੀ ਉਚਾਰਨ ਨਹੀਂ ਕਰਨਾ, ਦੂਜੇ ਪਾਸੇ ਪੂਰੀ ਪੰਗਤੀ ਲਾਈ ਜਾਂਦੇ ਨੇ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਦਲੀਲ ਦਿੱਤੀ ਜਾ ਰਹੀ ਹੈ, ਕਹਿੰਦੇ ਛੇਵੇਂ ਪਾਤਸ਼ਾਹ ਜੀ ਨੇ ਕਿਹਾ ਸੀ। ਪਹਿਲੀ ਗੱਲ ਤਾਂ ਛੇਵੇਂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਜ਼ਬਾਨੀ ਕੋਈ ਬਾਧ ਘਾਟ ਨਹੀਂ ਕਰਦੇ, ਕਿਉਂਕਿ ਪਾਤਸ਼ਾਹ ਜੀ ਗੁਰਬਾਣੀ ਦਾ ਬੜਾ ਸਤਿਕਾਰ ਕਰਦੇ ਆ। ਚਲੋ ਜੇ ਮੰਨ ਲਿਆ ਜਾਵੇ ਵੀ ਛੇਵੇਂ ਪਾਤਸ਼ਾਹ ਨੇ ਕਹਿਤਾ
ਤਾਂ ਫਿਰ ਦਸ਼ਮੇਸ਼ ਪਿਤਾ ਜੀ ਨੇ ਜਦੋਂ ਭਾਈ ਮਣੀ ਸਿੰਘ ਜੀ ਤੋਂ ਗੁਰਬਾਣੀ ਲਿਖਵਾਈ ਹੈ, ਉਸ ਵੇਲੇ ਇਹ ਪੰਗਤੀ ਲਿਖਵਾ ਦਿੰਦੇ ਵੀ 6ਵੇਂ ਰੂਪ ਦੇ ਵਿੱਚ ਅਸੀਂ ਬਚਨ ਕਰਤਾ ਸੀ, ਇਹ ਪੰਗਤੀ ਹਰ ਪੌੜੀ ਨਾਲ ਬੋਲਣੀ ਹੈ, ਤੇ ਭਾਈ ਮਣੀ ਸਿੰਘ ਜੀ ਹੁਣ ਤੁਸੀਂ ਲਿਖ ਦਿਓ। ਫਿਰ 10ਵੇਂ ਪਾਤਸ਼ਾਹ ਜੀ ਨੇ ਪੰਗਤੀ ਲਿਖਵਾਈ ਕਿਉਂ ਨਹੀਂ? ਸੋ ਕਹਿਣ ਦਾ ਭਾਵ ਗੁਰਬਾਣੀ ਦੇ ਵਿੱਚ ਕੋਈ ਵੀ ਜਵਾਨੀ ਬਾਅਦ ਘਾਟ ਗੁਰੂ ਸਾਹਿਬ ਜੀ ਕਦੇ ਵੀ ਨਹੀਂ ਕਰਦੇ। ਇਹ ਸਾਡੀਆਂ ਆਪਣੀਆਂ ਗਲਤ ਦਲੀਲਾਂ ਫਲਾਈਆਂ ਹੋਈਆਂ। ਇਹ ਗੁਰਮਤਿ ਕਸਵੱਟੀ ਤੇ ਗੱਲ ਪੂਰੀ ਨਹੀਂ ਉਤਰਦੀ ਕਿ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਕੋਈ ਪੰਗਤੀ ਦੇ ਵਿੱਚ ਜਵਾਨੀ ਵਾਧਾ ਕਰ ਦਿੱਤਾ। ਇੱਕ ਪਾਸੇ ਸੰਪਟ ਲਾਏ ਜਾ ਰਹੇ ਹੈ ਤੇ ਦੂਜੇ ਪਾਸੇ ਕਹਿੰਦੇ ਬਿੰਦਾ ਨਹੀਂ ਲਾਉਣਾ, ਨਾਸਕੀ ਉਚਾਰਨ ਨਹੀਂ ਕਰਨਾ। ਸੋ ਬੇਨਤੀ ਹੈ, ਇਹ ਆਪਾਂ ਹੱਠ ਜਿਹੜਾ ਛੱਡ ਕੇ ਜੋ ਗੁਰਮਤਿ ਦਲੀਲ ਹੈ, ਜੋ ਨਿਯਮ ਨੇ ਵਿਆਕਰਨ ਦੇ, ਇਹਨਾਂ ਨਿਯਮਾਂ ਨੂੰ ਮੰਨ ਕੇ ਹੀ ਗੁਰਬਾਣੀ ਦੇ ਅਰਥ ਭਾਵ ਤੋਂ ਜਾਣੂ ਹੋਇਆ ਜਾ ਸਕਦਾ ਹੈ ਤੇ ਗੁਰਬਾਣੀ ਦੇ ਆਨੰਦ ਨੂੰ ਮਾਣਿਆ ਜਾ ਸਕਦਾ ਹੈ। ਕਈ ਥਾਵਾਂ ਤੇ ਟਿੱਪੀ ਵੀ ਲਾਈ ਜਾਂਦੀ ਹੈ, ਜਿਸ ਤਰ੍ਹਾਂ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਆ। ਹਰ ਗੋਬਿੰਦ ਹੀ ਬੋਲਦੇ ਆ ਆਪਾਂ ਸਾਰੇ, ਪਰ ਉੱਥੇ ਵਾਵੇ ਨੂੰ ਹੁਸ਼ਿਆਰੀ ਤਾਂ ਲੱਗੀ ਹੈ ਪਰ ਟਿੱਪੀ ਨਹੀਂ ਲੱਗੀ ਹੋਈ, ਪਰ ਬੋਲਦੇ ਹਾਂ ਹਰ ਗੋਬਿੰਦ ਨਵਾਂ ਨਿਰੋਆ। ਪੁੱਤਰ ਕਲਤਰ ਕਾ ਕਰਹਿ ਅਹੰਕਾਰ, ਠਾਕੁਰ ਲੇਖਾ ਮੰਗਣਹਾਰ। ਉੱਥੇ ਮੰਗਣਹਾਰ ਹੀ ਬੋਲਦੇ ਹਾਂ, ਪਰ ਉੱਥੇ ਮੰਮੇ ਤੇ ਟਿੱਪੀ ਨਹੀਂ। ਜੇ ਪਾਠ ਕਰਾਂਗੇ ਠਾਕੁਰ ਲੇਖਾ ਮਗਨਹਾਰ, ਕਿਸ ਤਰ੍ਹਾਂ ਗੱਲ ਬਣੇਗੀ? ਪੰਡਿਆ ਕਵਣ ਕਮਤ ਤੁਮ ਲਾਗੇ, ਬੁੱਢ ਹੋਗੇ ਪਰਿਵਾਰ ਸਕਲ ਸਿਓ ਨਾਮ ਨਾ ਜਪੋ ਭਾਗੇ। ਪੰਡਿਆ, ਇੱਥੇ ਪੰਡਿਆ ਹੀ ਬੋਲਿਆ ਜਾਵੇਗਾ, ਪਰ ਲਿਖਿਆ ਕੀ ਹੈ? ਪੱਪਾ ਡੱਡੇ ਨੂੰ ਵਿਹਾਰੀ ਆੜੇ ਨੂੰ ਕੰਨਾ। ਫਿਰ ਸਾਰੰਗ, ਕਿਤੇ ਸਾਰਗ ਲਿਖਿਆ ਹੈ, ਰਾਰੇ ਦੀ ਟਿੱਪੀ ਨਹੀਂ ਲੱਗੀ, ਉੱਥੇ ਵੀ ਆਪਾਂ ਸਾਰੰਗ ਹੀ ਬੋਲਾਂਗੇ। ਕੋਈ ਇੱਕੋ ਹੀ ਰਾਗ ਹੈ, ਇਹ ਤਾਂ ਹੈ ਨਹੀਂ ਵੀ ਸਾਰੰਗ ਰਾਗ ਹੋਰ ਹੈ ਤੇ ਸਾਰਗ ਰਾਗ ਹੋਰ ਹੈ। ਉੱਥੇ ਕਿਤੇ ਟਿੱਪੀ ਕਿਉਂ ਨਹੀਂ ਲਾਈ? ਇਹ ਸੰਕੇਤਕ ਗੱਲਾਂ ਨੇ, ਭਾਵੇਂ ਕਿ ਲੋੜ ਪੈਣ ਤੇ ਤੁਸੀਂ ਟਿੱਪੀ ਲਾ ਸਕਦੇ ਹੋ। ਸੋ ਜਿੱਥੇ ਸਾਰੰਗ ਦੇ ਰਾਰੇ ਤੇ ਟਿੱਪੀ ਨਹੀਂ ਲੱਗੀ, ਉੱਥੇ ਵੀ ਸਾਰੰਗ ਹੀ ਆਪਾਂ ਬੋਲਦੇ ਹਾਂ। ਫਿਰ 1313 ਪੰਨੇ ਤੇ ਚੌਥੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ, ਉੱਥੇ ਗੋਬਿੰਦ ਗੋਬਿੰਦ ਲਫ਼ਜ਼ ਦੇ ਪਹਿਲੇ ਦੋ ਗੋਬਿੰਦ ਗੋਬਿੰਦ ਨੂੰ ਵਾਵੇ ਤੇ ਟਿੱਪੀ ਲੱਗੀ ਹੈ, ਪਰ ਬਾਕੀ ਗੋਬਿੰਦ ਲਫ਼ਜ਼ ਦੇ ਵਾਵੇ ਤੇ ਟਿੱਪੀ ਨਹੀਂ ਲੱਗੀ, ਪਰ ਉਚਾਰਨ ਅਸੀਂ ਸਾਰੇ ਗੋਬਿੰਦ ਗੋਬਿੰਦ ਹੀ ਕਰਦੇ ਹਾਂ। ਜਿਸ ਤਰ੍ਹਾਂ ਮਹੱਲਾ ਚੌਥਾ, ਗੋਬਿੰਦ 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 ਹਰ ਗੋਬਿੰਦ ਗੁਣੀ ਨਿਧਾਨ, ਗੋਬਿੰਦ ਗੋਬਿੰਦ ਗੁਰਮਤਿ ਧਿਆਈਐ ਤਾਂ ਦਰਗਾਹ ਪਾਈਐ ਮਾਣ। ਗੋਬਿੰਦ 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 ਜਪ ਮੁਖ ਉਜਲਾ ਪ੍ਰਧਾਨ, ਨਾਨਕ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ। ਹੁਣ ਇੱਥੇ ਗੋਬਿੰਦ 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 ਜਪ, ਇੱਥੇ ਕਿਤੇ ਵੀ ਵਾਵੇ ਨੂੰ ਹੁਸ਼ਿਆਰੀ ਤਾਂ ਹੈ, ਪਰ ਟਿੱਪੀ ਕਿਤੇ ਨਹੀਂ ਲੱਗੀ। ਪਰ ਆਪਾਂ ਪੜ੍ਹਦੇ ਹਾਂ ਗੋਬਿੰਦ 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 ਜਪ ਮੁਖ ਉਜਲਾ ਪ੍ਰਧਾਨ। ਜੇ ਪਾਠ ਕਰਾਂਗੇ ਗੋਬਿੰਦ ਗੋਬਿੰਦ ਗੋਬਿੰਦ, ਕਿਸ ਤਰ੍ਹਾਂ ਲੱਗੇਗਾ? ਸੋ ਕਹਿਣ ਦਾ ਭਾਵ ਲੋੜ ਪੈਣ ਦੇ ਉੱਤੇ ਟਿੱਪੀ ਵੀ ਲਾਈ ਜਾਂਦੀ ਹੈ। ਫਿਰ ਆਪਾਂ ਜੋ ਹਾਹੇ ਨੂੰ ਔਂਕੜ, ਇਹਨਾਂ ਸ਼ਬਦਾਂ ਨੂੰ ਬੋਲਣ ਦਾ ਨਿਯਮ ਸਿੱਖਣ ਦੀ ਕੋਸ਼ਿਸ਼ ਕਰੀਏ। ਜਿਸ ਤਰ੍ਹਾਂ ਥਿਤਵਾਰ ਨਾ ਜੋਗੀ ਜਾਣਾ, ਰੁੱਤ ਮਾਹ ਨਾ ਕੋਈ, ਇਹ ਉਚਾਰਨ ਕੀ ਹੋ ਗਿਆ? ਮਾਹ। ਜੋ ਹਾਹੇ ਨੂੰ ਔਂਕੜ ਹੈ, ਇਹ ਦੱਸਦੀ ਹੈ ਇੱਥੇ ਇੱਕ ਮਹੀਨੇ ਦਾ ਅਰਥ ਹੈ। ਇਹ ਇੱਕ ਵਚਨ ਪੁਲਿੰਗ ਨਾਂਵ ਹੈ। ਜੇ ਹਾਹਾ ਮੁਕਤਾ ਹੁੰਦਾ ਫਿਰ ਅਰਥ ਹੁੰਦਾ ਮਹੀਨੇ। ਮਾਹ ਦਿਵਸ ਮੂਰਤ ਭਲੇ ਜਾ ਕੋ ਨਦਰ ਕਰੇ। ਮਾਹ ਉੱਥੇ ਮਹੀਨੇ ਦਾ ਅਰਥ ਹੈ। ਸੋ ਜਿੱਥੇ ਇੱਕ ਵਚਨ ਨਾਂਵ ਹੋਵੇ, ਉੱਥੇ ਹਾਹੇ ਦਾ ਔਂਕੜ ਨਹੀਂ ਬੋਲਦਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜੋ ਪਾਤਸ਼ਾਹ ਦੇ ਹਾਹੇ ਨੂੰ ਔਂਕੜ ਹੈ, ਇਹਦਾ ਭਾਵ ਇੱਥੇ ਇੱਕ ਪਾਤਸ਼ਾਹ ਦਾ ਅਰਥ ਹੈ। ਇਹ ਇੱਕ ਵਚਨ ਪੁਲਿੰਗ ਨਾਂਵ ਹੈ। ਜੋ ਸ਼ਾਹ ਦੇ ਹਾਹੇ ਨੂੰ ਔਂਕੜ ਹੈ, ਉਹਦਾ ਵੀ ਇਹੀ ਅਰਥ ਹੈ, ਇੱਕ ਸ਼ਾਹ। ਸੋ ਇਹ ਔਂਕੜ ਵਿਆਕਰਨਕ ਹੈ, ਇਹ ਔਂਕੜ ਉਚਾਰਨਾਤਮਕ ਨਹੀਂ। ਜਿੱਥੇ ਇੱਕ ਵਚਨ ਪੜਨਾਮ ਹੈ, ਉੱਥੇ ਵੀ ਹਾਹੇ ਦਾ ਔਂਕੜ ਨਹੀਂ ਬੋਲਦਾ। ਜਿਵੇਂ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਨ। ਉਹ ਵੇਖੈ
ਉਹ ਜਿਹੜੀ ਹਾਹੇ ਨੂੰ ਔਂਕੜ ਹੈ, ਇਹ ਇੱਕ ਵਚਨ ਪ੍ਰਣਾਮ ਦਾ ਸੂਚਕ ਹੈ, ਪਰਮਾਤਮਾ ਵੱਲ ਇਸ਼ਾਰਾ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਣ, ਇਹੋ ਵਿਡਾਣ ਨਹੀਂ ਬੋਲਣਾ, ਇਹ ਵਿਡਾਣ। ਸੋ ਇਦਾਂ ਜਿੱਥੇ ਵੀ ਇਹ ਇੱਕ ਵਚਨ ਪ੍ਰਣਾਮ ਹੈ, ਉੱਥੇ ਵੀ ਹਾਹੇ ਦਾ ਔਂਕੜ ਨਹੀਂ ਬੋਲਦਾ। ਉਹ ਬੋਲਣਾ, ਉਹ ਨਹੀਂ ਬੋਲਣਾ, ਇਹ ਬੋਲਣਾ, ਇਹੋ ਨਹੀਂ ਬੋਲਣਾ। ਸੋ ਇਦਾਂ ਇਹ ਨਿਯਮ ਨੂੰ ਅਸੀਂ ਚੰਗੀ ਤਰ੍ਹਾਂ ਦ੍ਰਿੜ ਕਰਨਾ ਹੈ। ਜਿੱਥੇ ਮੱਧਮ ਪੁਰਖ ਕਿਰਿਆਵਾਚੀ ਲਫ਼ਜ਼ ਹੋਵੇ, ਉੱਥੇ ਹਾਹੇ ਦਾ ਔਂਕੜ ਬੋਲਦਾ ਹੈ। ਜਿਸ ਤਰ੍ਹਾਂ ਆਪੇ ਵੀ ਜਾਪੇ ਹੀ ਖਾਹੋ, ਖੱਖੇ ਦਾ ਕੰਨਾ ਥੋੜਾ ਲਮਕਾ ਕੇ ਬੋਲਣਾ ਹੈ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਸੋ ਇਹ ਕੀ ਹੈ? ਗਾਵਹੋ ਭਾਵ ਕਿ ਆਓ ਸਿੱਖੋ ਗੁਰਬਾਣੀ ਗਾਓ। ਮੱਧਮ ਪੁਰਖ ਕਿਰਿਆਵਾਚੀ ਲਫ਼ਜ਼ ਹੈ, ਉੱਥੇ ਹਾਹੇ ਦਾ ਔਂਕੜ ਬੋਲਦਾ ਹੈ। ਆਪੇ ਵੀ ਜਾਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਜਿੱਥੇ ਵਿਆਕਰਨਕ ਸ਼ਿਹਾਰੀ ਹੁੰਦੀ ਹੈ, ਇਹ ਵਿਆਕਰਨਕ ਸ਼ਿਹਾਰੀ ਜਿੱਥੇ ਕਾਰਕ ਰੂਪ ਦੇ ਵਿੱਚ ਹੈ ਭਾਵ, ਉੱਥੇ ਸ਼ਿਹਾਰੀ ਨਹੀਂ ਬੋਲਦੀ। ਜਿਸ ਤਰ੍ਹਾਂ ਗੁਰ ਪ੍ਰਸਾਦ, ਦੱਦੇ ਨੂੰ ਸ਼ਿਹਾਰੀ ਕੀ ਦੱਸਦੀ ਹੈ? ਗੁਰੂ ਦੀ ਕਿਰਪਾ ਦੁਆਰਾ। ਕਈ ਵੀਰ ਪਾਠ ਕਰਦੇ ਆ ਪ੍ਰਸਾਦ, ਆਪਣੀ ਜਾਣੇ ਉਹ ਸ਼ਿਹਾਰੀ ਬੋਲਣ ਦੀ ਕੋਸ਼ਿਸ਼ ਕਰਦੇ ਆ। ਨਹੀਂ, ਇਹ ਸ਼ਿਹਾਰੀ ਕਾਰਕ ਰੂਪ ਹੈ। ਜਿਵੇਂ ਖੂਹ ਲਫ਼ਜ਼ ਬੋਲਦੇ ਹਾਂ ਆਪਾਂ ਸਾਰੇ, ਜੇ ਹਾਹੇ ਨੂੰ ਸ਼ਿਹਾਰੀ ਲੱਗੀ ਹੈ ਤਾਂ ਖੂਹੇ ਨਹੀਂ ਬੋਲਣਾ। ਖੂਹ ਸ਼ਿਹਾਰੀ ਦੱਸਦੀ ਹੈ, ਖੂਹ ਵਿੱਚ ਦਾ ਅਰਥ ਹੈ। ਜਿਵੇਂ ਆਹਰ ਲਫ਼ਜ਼ ਦੱਸਦਾ ਹੈ, ਜੇ ਸ਼ਿਹਾਰੀ ਲੱਗੀ ਹੈ ਤਾਂ ਆਹਰ ਦੁਆਰਾ, ਉਹ ਆਹਰ ਨਹੀਂ ਬੋਲਣਾ, ਸ਼ਿਹਾਰੀ ਨਹੀਂ ਬੋਲਦੀ, ਉਹ ਆਹਰ ਹੀ ਬੋਲੇਗਾ। ਸੋ ਕਹਿਣ ਦਾ ਭਾਵ ਜਿੱਥੇ ਸ਼ਿਹਾਰੀ ਕਾਰਕ ਰੂਪ ਦੇ ਵਿੱਚ ਹੈ, ਉੱਥੇ ਸ਼ਿਹਾਰੀ ਨਹੀਂ ਬੋਲਦੀ। ਜਿੱਥੇ ਕਿਸੇ ਵੀ ਸ਼ਬਦ ਦੀ ਆਪਣੀ ਸ਼ਿਹਾਰੀ ਹੈ, ਉਹ ਤਾਂ ਉਚਾਰਨ ਕਰਨੀ ਹੀ ਹੈ। ਫਿਰ ਸ਼ੁੱਧ ਉਚਾਰਨ ਕਰਨ ਵਾਸਤੇ ਸਹੀ ਪਦ ਵੰਡ ਕਰਨੀ ਜ਼ਰੂਰੀ ਹੈ, ਵੀ ਕਿਸੇ ਲਫ਼ਜ਼ ਨੂੰ ਕਿਵੇਂ ਅਸੀਂ ਵੰਡ ਕੇ ਬੋਲਣਾ ਹੈ। ਜਿਸ ਤਰ੍ਹਾਂ ਧਨ ਸੋ ਰਾਗ ਸੁਰੰਗੜੇ, ਆਲਾਪਤ ਸਭ ਤਿਖ ਜਾਏ। ਆਲਾਪਤ, ਉੱਥੇ ਆਲਾਪਤ ਨਹੀਂ ਕਰਨਾ, ਆਲਾਪਤ। ਇਹਨੂੰ ਕਹਿੰਦੇ ਪਦ ਵੰਡ, ਵੀ ਕਿਸੇ ਲਫ਼ਜ਼ ਦੇ ਅੱਖਰਾਂ ਨੂੰ ਕਿਵੇਂ ਵੰਡ ਕੇ ਬੋਲਣਾ ਹੈ। ਜੋ ਬੇਵਰਜਤ ਤਿਸ ਸਿਉਨੇ, ਬੇਵਰਜਤ, ਬੇਵਰਜਤ ਨਹੀਂ ਪਾਠ ਕਰਨਾ, ਬੇਵਰਜਤ। ਲਾ ਇਤਵਾਰੀ ਖਾਏ, ਲਾ ਇਤਵਾਰੀ ਨਹੀਂ ਬੋਲਣਾ, ਗਲਤ ਲਫ਼ਜ਼ਾਂ ਦੀ ਵੰਡ ਹੋ ਗਈ। ਲਾ ਇਤਵਾਰੀ। ਮਨ ਸਮਝਾਵਣ ਕਾਰਨੇ ਕਸ਼ੂਕ, ਪੜ੍ਹੀਐ ਗਿਆਨ ਕਸ਼ੂਕ। ਜੇ ਪਾਠ ਕਰਤਾ ਕਸ਼ੂ ਅਕ ਤਾਂ ਅਸ਼ੁੱਧ ਹੋ ਗਿਆ। ਜਿੱਥੇ ਮਨ ਵਿੱਚ ਤੇ ਮੁੱਖ ਵਿੱਚ ਦਾ ਅਰਥ ਹੈ, ਉੱਥੇ ਵੱਖਰਾ ਵੱਖਰਾ ਬੋਲਣਾ। ਜਿਵੇਂ ਮਨ, ਮੁੱਖ, ਸੱਚਾ ਨਾਉ। ਹਾਂ, ਜੇ ਮਨਮੁਖ ਦਾ ਅਰਥ ਹੋਵੇ ਭਾਵ ਮਨ ਦੇ ਪਿੱਛੇ ਲੱਗਣ ਵਾਲਾ, ਤਾਂ ਇਕੱਠਾ ਉਚਾਰਨ ਹੋਵੇਗਾ। ਮਨਮੁਖ ਆਵੈ, ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ। ਇਵੇਂ ਜਿਵੇਂ ਜੇ ਦੁਆਰਾ ਦਾ ਅਰਥ ਹੈ ਤਾਂ ਪੁਨਰਪ ਇਕੱਠਾ ਬੋਲੇਗਾ, ਪੁਨਰਪ। ਪਰ ਜੇ ਪੁੰਨਾਂ ਵਿੱਚ ਰੰਗਣ ਦਾ ਅਰਥ ਹੈ ਤਾਂ ਪੁੰਨ ਰੱਪ, ਫਿਰ ਪਦ ਛੇਦ ਕਰਕੇ ਪਦ ਵੰਡ ਕਰਕੇ ਬੋਲਿਆ ਜਾਵੇਗਾ। ਸੋ ਇਦਾਂ ਇਹ ਪਦ ਵੰਡ ਕਰਨੀ ਸਿੱਖਣੀ ਵੀ ਬਹੁਤ ਜ਼ਰੂਰੀ ਹੈ। ਪਰ ਕੁਝ ਲਫ਼ਜ਼ ਇਹੋ ਜਿਹੇ ਵੀ ਹੁੰਦੇ ਆ ਜਿੱਥੇ ਪਦ ਛੇਦ ਨਹੀਂ ਕਰਨਾ, ਇਕੱਠਾ ਹੀ ਬੋਲਣਾ ਸਾਰੇ ਲਫ਼ਜ਼ਾਂ ਨੂੰ। ਜਿਵੇਂ ਅਸੰਖ ਗਲਵੱਡ ਹੱਤਿਆ ਕਮਾਹੀ, ਗਲਵੱਡ ਬੋਲਣਾ, ਇਹਨੂੰ ਗਲ ਵੱਢ ਨਹੀਂ ਬੋਲਣਾ। ਇਹ ਪਦ ਛੇਦ ਨਹੀਂ ਕਰਨਾ। ਗਲ ਵੱਢ ਤਾਂ ਹੁੰਦਾ ਜੇ ਢੱਡੇ ਨੂੰ ਸ਼ਿਹਾਰੀ ਹੁੰਦੀ। ਸੋ ਇੱਥੇ ਗਲਵੱਡ ਭਾਵ ਹਥਿਆਰੇ। ਜਿਵੇਂ ਮਗਹਰ ਇਕੱਠਾ ਬੋਲਣਾ, ਮਗ ਹਰ ਨਹੀਂ ਬੋਲਣਾ। ਮਗਹਰ ਇੱਕ ਸਥਾਨ ਦਾ ਨਾਮ ਹੈ। ਧੌਲਹਰ, ਧੌਲਹਰ, ਇਹ ਪੰਜੇ ਅੱਖਰ ਇਕੱਠੇ ਬੋਲਣੇ। ਧੌਲ ਹਰ ਨਹੀਂ ਬੋਲਣਾ। ਸੋ ਇਦਾਂ ਕੁਝ ਲਫ਼ਜ਼ ਜਿਨ੍ਹਾਂ ਨੂੰ ਪਦ ਛੇਦ ਨਹੀਂ ਕਰਨਾ, ਇਕੱਠੇ ਹੀ ਬੋਲਣਾ ਹੁੰਦਾ ਹੈ। ਕੁਝ ਲਫ਼ਜ਼ ਹੈ ਜਿਹੜੇ ਕਿ ਸ਼ੁੱਧ ਪਦ ਛੇਦ ਕਰਕੇ ਬੋਲਣੇ। ਫਿਰ ਸ਼ੁੱਧ ਉਚਾਰਨ ਵਾਸਤੇ ਸਹੀ ਵਿਸ਼ਰਾਮ ਲਾਉਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਵਿਸ਼ਰਾਮ ਗਲਤ ਲੱਗ ਜਾਵੇ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਜਿਸ ਤਰ੍ਹਾਂ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰਾਇਓ,
ਇਹ ਸ਼ੁੱਧ ਉਚਾਰਨ ਹੋ ਗਿਆ, ਸਹੀ ਵਿਸਰਾਮ ਲੱਗ ਗਿਆ। ਜੇ ਉਚਾਰਨ ਕਰ ਦਿੱਤਾ ਗੁਰ ਅਰਜਨ ਘਰ ਗੁਰ ਰਾਮਦਾਸ, ਫਿਰ ਅਨਰਥ ਹੋ ਗਿਆ, ਕਿਉਂਕਿ ਪਿਓ ਨੂੰ ਪੁੱਤ ਬਣਾ ਦਿੱਤਾ, ਪੁੱਤ ਨੂੰ ਪਿਓ ਬਣਾ ਦਿੱਤਾ। ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ਤਿਨ ਕੋ ਦਰ ਢੋਈ ਨਾਹੀ, ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ। ਜੇ ਪਾਠ ਕਰ ਦਿੱਤਾ ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ, ਅਨਰਥ ਹੋ ਗਿਆ। ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਜੇ ਪਾਠ ਕਰ ਦਿੱਤਾ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ, ਅਨਰਥ ਹੋ ਗਿਆ। ਫੁੱਲਾਂ ਨੂੰ ਹਰ ਸਰ ਨਾਲ ਜੋੜ ਦਿੱਤਾ। ਇੱਥੋਂ ਹੀ ਪਖੰਡ ਫੈਲਿਆ ਸਿੱਖਾਂ ਦੇ ਵਿੱਚ ਬੜਾ। ਹੱਡੀਆਂ ਗੁਥਲੀਆਂ ਦੇ ਵਿੱਚ ਪਾਈ ਚੱਕੀ ਫਿਰਦੇ ਨੇ। ਇੱਕ ਨਵਾਂ ਹਰਦੁਆਰ ਬਣਾ ਲਿਆ ਆਪਾਂ ਕੀਰਤਪੁਰ ਨੂੰ, ਜੋ ਗੁਰੂ ਦਾ ਸਥਾਨ ਹੈ ਉਹਨੂੰ ਇੱਕ ਹਰਦੁਆਰ ਦਾ ਰੂਪ ਦਿੱਤਾ। ਸੋ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ, ਭਾਵ ਕਿ ਹਰ ਸਰ ਜਿੱਥੇ ਪ੍ਰਮਾਤਮਾ ਦੇ ਨਾਮ ਦਾ ਪ੍ਰਵਾਹ ਚੱਲਦਾ, ਸਤਸੰਗ ਸਰੋਵਰ, ਵੀ ਸਾਡੇ ਵਾਸਤੇ ਤਾਂ ਸਭ ਕੁਝ ਗੁਰੂ ਕੀ ਹਜ਼ੂਰੀ ਵਿੱਚ ਸਤਸੰਗ ਕਰਨਾ ਹੀ ਹੈ। ਅਸੀਂ ਕਿਸੇ ਕਰਮਕਾਂਡ ਨੂੰ ਨਹੀਂ ਮੰਨਦੇ। ਪਿੰਡ ਪੱਤਲ ਕਿਰਿਆ ਦੀਵਾ ਫੁੱਲ ਸਾਰਾ ਤਾਂ ਸਾਡਾ ਤਾਂ ਸਭ ਕੁਝ ਪ੍ਰਮਾਤਮਾ ਦਾ ਨਾਮ ਹੀ ਹੈ। ਸੋ ਸ਼ੁੱਧ ਉਚਾਰਨ ਕੀਤਾ, ਅਰਥ ਭਾਵ ਸਪਸ਼ਟ ਹੋ ਗਿਆ, ਤੇ ਨਹੀਂ ਤਾਂ ਫਿਰ ਅਨਰਥ ਹੋ ਗਿਆ ਤੇ ਕਿੱਡਾ ਵੱਡਾ ਪਖੰਡ ਫੈਲ ਗਿਆ ਫੁੱਲਾਂ ਦਾ, ਅਸਤੀਆਂ ਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਨਾਨਕ ਇੱਥੇ ਅੱਧ ਵਿਸ਼ਰਾਮ ਲਾ ਕੇ ਬੋਲਣਾ, ਨਾਨਕ ਨਿਰਗੁਣ ਗੁਣ ਕਰੇ। ਜੇ ਪਾਠ ਕਰਤਾ ਨਾਨਕ ਨਿਰਗੁਣ, ਅਨਰਥ ਹੋ ਗਿਆ। ਸੋ ਸਿੱਧ ਹੋਇਆ ਕਿ ਸਹੀ ਵਿਸ਼ਰਾਮ ਲਾਉਣਾ ਬਹੁਤ ਜ਼ਰੂਰੀ ਹੈ। ਫਿਰ ਅਗਲਾ ਨਿਯਮ ਹੈ ਸ਼ੁੱਧ ਉਚਾਰਨ ਵਾਸਤੇ ਲੰਗ ਮਾਤਰ ਪੈਰ ਵਾਲੇ ਅੱਖਰਾਂ ਦੀ ਹੁੰਦੀ ਹੈ। ਵੀ ਜਿਸ ਤਰ੍ਹਾਂ ਕਿਰਪਾ, ਕੱਕੇ ਦੇ ਪੈਰ ਵਿੱਚ ਰਾਰਾ ਹੈ, ਕੱਕੇ ਨੂੰ ਛਿਹਾਰੀ, ਪੱਪੇ ਨੂੰ ਕੰਨਾ। ਉਹ ਜਿਹੜੀ ਕੱਕੇ ਨੂੰ ਛਿਹਾਰੀ ਹੈ ਇਹ ਰਾਰੇ ਦੀ ਛਿਹਾਰੀ ਹੈ, ਕਿਰਪਾ। ਇੱਕ ਵਾਰ ਇੱਕ ਸੱਜਣ ਨੇ ਬੜਾ ਸੋਹਣਾ ਅਰਥ ਸੁਣਾਇਆ। ਕਹਿੰਦੇ ਦੇਖੋ ਭਾਈ, ਨਿਮਰਤਾ ਦਾ ਕਿੰਨਾ ਫਲ ਹੈ ਕਿ ਰਾਰਾ ਕੱਕੇ ਦੇ ਚਰਨੀ ਪੈ ਗਿਆ ਤੇ ਕੱਕੇ ਨੇ ਆਪਣੇ ਵਾਲੀ ਛਿਹਾਰੀ ਰਾਰੇ ਨੂੰ ਦੇ ਦਿੱਤੀ। ਭਾਵ ਨਿਮਰਤਾ ਭਾਵ, ਕਿਉਂਕਿ ਦਾਨੇ ਪੁਰਖ ਏਦਾਂ ਸਮਝਾਉਣ ਵਾਸਤੇ ਉਦਾਹਰਨਾਂ ਲੈ ਲੈਂਦੇ। ਚਲੋ, ਜਿਸ ਤਰ੍ਹਾਂ ਭ੍ਰਮ, ਜੋ ਪੈਰ ਦੇ ਵਿੱਚ ਅੱਖਰ ਹੈ, ਇੱਕ ਤਾਂ ਇਹਨੂੰ ਤੇਜ਼ੀ ਨਾਲ ਬੋਲਣਾ, ਇੱਕ ਜੋ ਲੰਗ ਮਾਤਰ ਹੈ ਇਹ ਪੈਰ ਵਾਲੀ ਦੀ ਆ, ਜਿਵੇਂ ਘ੍ਰਿਤ। ਘੱਗੇ ਨੂੰ ਜੋ ਛਿਹਾਰੀ ਹੈ ਇਹ ਘ੍ਰਿਤ ਰਾਰੇ ਨੂੰ ਲੱਗੀ। ਧਰੋ, ਜੋ ਧੱਦੇ ਨੂੰ ਹੋੜਾ ਹੈ, ਧੱਦੇ ਦੇ ਪੈਰ ਚ ਰਾਰਾ ਹੈ, ਇਹ ਧੱਦੇ ਦਾ ਹੋੜਾ ਰਾਰੇ ਨੂੰ ਲੱਗੂ, ਧਰੋ। ਤੇ ਬੋਲਣਾ ਵੀ ਕਾਹਲੀ ਹੈ, ਧਰੋ। ਸੁਕ੍ਰਿਤ, ਸੁਕਿਰਤ ਨਹੀਂ ਬੋਲਣਾ, ਸੁਕ੍ਰਿਤ। ਅੰਮ੍ਰਿਤ, ਏਦਾਂ ਜੋ ਮੰਮੇ ਦੇ ਪੈਰ ਚ ਰਾਰਾ ਹੈ, ਮੰਮੇ ਨੂੰ ਛਿਹਾਰੀ ਹੈ, ਇਹ ਛਿਹਾਰੀ ਮੰਮੇ ਦੀ ਰਾਰੇ ਨੂੰ ਲੱਗੀ, ਅੰਮ੍ਰਿਤ। ਸੋ ਪੈਰ ਵਾਲਾ ਅੱਖਰ ਤੇਜ਼ੀ ਨਾਲ ਬੋਲਣਾ ਹੈ, ਤੇ ਜੇ ਲੰਗ ਮਾਤਰ ਲੱਗੀ ਹੈ ਜਿਸ ਅੱਖਰ ਨੂੰ, ਤਾਂ ਉਹ ਅੱਖਰ ਦੀ ਜੋ ਲਗ ਹੈ ਉਹ ਪੈਰ ਵਾਲੇ ਅੱਖਰ ਨੂੰ ਉਚਾਰਨ ਹੁੰਦੀ ਹੈ। ਫਿਰ ਜੋ ਸਾਡੀ ਵਰਨਮਾਲਾ ਦੇ ਵਿੱਚ 5 ਅੱਖਰ ਹੈ, ਇਹ ਦੂਰੀ ਆਵਾਜ਼ ਵਾਲੇ ਹੈ, ਡਬਲ ਧੁਨੀ ਵਾਲੇ ਅੱਖਰ ਨੇ। ਘੱਗਾ, ਝੱਜਾ, ਢੱਡਾ, ਧੱਦਾ, ਭੱਬਾ। ਹੁਣ ਜੇ ਤਾਂ ਘੱਗਾ ਅਗੇਤਰ ਹੈ ਤਾਂ ਘ ਦੀ ਆਵਾਜ਼ ਆਵੇਗੀ, ਘ। ਜਿਵੇਂ ਘੁੱਗ, ਘੱਤ, ਘੁੱਥਾ, ਘਣਾ, ਘਟ, ਘਰ, ਘਾਲੇ। ਇਹੀ ਘੱਗਾ ਜੀ ਵਿਚਕਾਰ ਜਾਂ ਪਿੱਛੇ ਲੱਗਿਆ ਹੋਇਆ ਹੈ ਤਾਂ ਗ ਦੀ ਆਵਾਜ਼ ਆਵੇਗੀ, ਗ। ਜਿਵੇਂ ਅਗ, ਕੰਗਾ, ਖੰਗ, ਚੁੰਗ, ਪਲੰਗ, ਮੰਗਰ, ਸਿੰਘ। ਇਵੇਂ ਜੇ ਕਿ ਝੱਜਾ ਜੇ ਤਾਂ ਅੱਗੇ ਲੱਗਿਆ ਤਾਂ ਝ ਦੀ ਆਵਾਜ਼ ਆਵੇਗੀ, ਜਿਵੇਂ ਝਾਕ, ਝੱਖ, ਝੱਗ, ਝੱਟ, ਝੱਤ, ਝੀਲ। ਜੇ ਝੱਜਾ ਵਿਚਕਾਰ ਜਾਂ ਪਿੱਛੇ ਲੱਗਿਆ ਤਾਂ ୟ ਦੀ ਆਵਾਜ਼ ਆਵੇਗੀ, ਜਿਵੇਂ ਅਰਜ, ਉਰਜ, ਸਾਂਝ, ਤੁਝ, ਦਾਜਨ, ਮੱਝ, ਲੂਝੀਐ, ਝੁੰਝ। ਢੱਡਾ ਜੇ ਅੱਗੇ ਲੱਗਿਆ ਤਾਂ ਢ ਦੀ ਆਵਾਜ਼, ਢਹਿਕ, ਢਾਕਨ, ਢੀਠ, ਢਵ, ਢਲ। ਜੇ ਢੱਡਾ ਪਿੱਛੇ ਲੱਗਿਆ ਹੋਇਆ ਹੈ ਤਾਂ ਢ ਦੀ ਆਵਾਜ਼ ਆਵੇਗੀ। ਇਹ ਚੰਗੀ ਤਰ੍ਹਾਂ ਦ੍ਰਿੜ ਕਰਨਾ ਹੈ, ਢ
ਇੱਕ ਢ, ਜਿਵੇਂ ਅੱਡ, ਸੁੰਡ, ਹੰਡ, ਕੱਢ, ਗੰਢ, ਟੇਢਾ, ਠੰਡਾ, ਨੰਢੀ, ਮੇਢਾ। ਧੱਦਾ ਜੇ ਤਾਂ ਅੱਗੇ ਲੱਗਿਆ ਤਾਂ ਧ ਦੀ ਆਵਾਜ਼, ਧਾ, ਧੱਕੇ, ਧਜਾ, ਧਾਤ, ਧਣੀ, ਧੁੱਪ, ਧਰਤੀ, ਧੌਲ। ਜੇ ਧੱਦਾ ਵਿਚਕਾਰ ਜਾਂ ਪਿੱਛੇ ਲੱਗਿਆ ਤਾਂ ਧ ਦੀ ਆਵਾਜ਼ ਆਵੇਗੀ। ਅੱਗੇ ਆ ਤਾਂ ਧ, ਜੀ ਵਿਚਕਾਰ ਜਾਂ ਪਿੱਛੇ ਤਾਂ ਧ। ਉਧਾਰ, ਅਰਧ, ਈਂਧਨ, ਸਾਧ, ਕੰਧ, ਖਾਧਾ, ਗੰਧ, ਚੌਧਰੀ, ਤੁਧ, ਦੁੱਧ, ਪਾਂਦਾ, ਬੰਧਨ, ਲੱਦਾ, ਵਾਧਾ, ਆਧਾਰ। ਹੁਣ ਕਈ ਵੀਰ ਪਾਠ ਕਰ ਦਿੰਦੇ ਆ ਆਧਾਰ, ਆਪਣੀ ਜਾਣੇ ਉਹ ਸ਼ੁੱਧ ਬੋਲ ਰਹੇ ਹੁੰਦੇ ਨੇ, ਪਰ ਨਿਯਮ ਨਾ ਪਤਾ ਹੋਣ ਕਰਕੇ ਗਲਤ ਬੋਲ ਰਹੇ ਆ। ਆਧਾਰ, ਕਿਉਂਕਿ ਧੱਦਾ ਵਿਚਾਲਿਆ ਤਾਂ ਧ ਦੀ ਆਵਾਜ਼ ਆਵੇਗੀ। ਆਧਾਰ, ਆਧਾਰ, ਇਹ ਗਲਤ ਉਚਾਰਨ ਹੈ। ਇਵੇਂ ਇੱਕ ਭੱਬਾ ਹੈ, ਜੇ ਤਾਂ ਅੱਗੇ ਹੈ ਤਾਂ ਭ ਦੀ ਆਵਾਜ਼। ਭਉ, ਭਈਆ, ਭੌਂਕ, ਭਖ, ਭਗਤ, ਭਜਨ, ਭੱਟ, ਭੈਣ, ਭੰਨ, ਭਰਾ, ਭਲਕੇ, ਭਾਵ, ਭਟਕ, ਭੀੜ। ਜੇ ਭੱਬਾ ਪਿੱਛੇ ਲੱਗਿਆ ਹੋਇਆ ਤਾਂ ਵ ਦੀ ਆਵਾਜ਼ ਆਵੇਗੀ। ਧੁਨੀ ਫਿਰ ਯਾਦ ਕਰੋ, ਅੱਗੇ ਤਾਂ ਭ ਤੇ ਨਹੀਂ ਵਹ। ਅਵ, ਸਵ, ਹਬ, ਖੰਭ, ਚੁਭੈ, ਦਬ, ਨਾਭੀ, ਲੱਭ। ਸੋ ਇਹ ਪੰਜ ਘੱਗਾ, ਝੱਜਾ, ਢੱਡਾ, ਧੱਦਾ, ਭੱਬਾ, ਇਹ ਪੰਜੇ ਦੂਹਰੀ ਆਵਾਜ਼ ਵਾਲੇ, ਡਬਲ ਧੁਨੀ ਵਾਲੇ ਅੱਖਰ ਹਨ। ਇਹਨਾਂ ਦਾ ਉਚਾਰਨ ਨਿਯਮ ਦੇ ਮੁਤਾਬਕ ਕਰਨਾ ਹੈ। ਇਹ ਧੁਨੀਆਂ ਨੂੰ ਅਸੀਂ ਸਿੱਖਣਾ ਹੈ। ਫਿਰ ਸ਼ੁੱਧ ਉਚਾਰਨ ਕਰਨ ਵੇਲੇ ਜੋ ਦੀਰਘ ਮਾਤਰਾ ਹੈ ਉਹਦਾ ਪੂਰਾ ਧਿਆਨ ਰੱਖੋ। ਜਿਸ ਤਰ੍ਹਾਂ ਤਾਂ ਲਿਖੀ ਹੈ ਸਿਰ ਗਾ ਵਾਰਾਂ, ਗਾ ਵਾਰ। ਕਈ ਪਾਠ ਕਰ ਦਿੰਦੇ ਆ ਗਵਾਰਾ, ਗਵਾਰ। ਉਹ ਗੱਗੇ ਦਾ ਕੰਨਾ ਛੱਡ ਦਿੰਦੇ ਆ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ ਆਕਾਰ। ਆਕਾਰ ਨਹੀਂ ਕਰਨਾ, ਆੜੇ ਦਾ ਕੰਨਾ ਧਿਆਨ ਰੱਖਣਾ ਹੈ। ਵਿਚਕਾਰਲੀ ਔਂਕੜ ਬੋਲਣ ਵੇਲੇ ਧਿਆਨ ਰੱਖੋ, ਜਿਵੇਂ ਵਾਸੁਦਾ, ਕਰੁਣਾ, ਠਾਕੁਰ। ਕਈ ਬੋਲਦੇ ਠਾਕਰ, ਠਾਕੁਰ। ਵਿਛੁੜ, ਆਪਣੇ, ਚਾਤੁਰ। ਵਿਚਕਾਰਲੀ ਈੜੀ ਬੋਲਣ ਵੇਲੇ ਵੀ ਖਿਆਲ ਰੱਖੋ, ਜਿਵੇਂ ਦਇਆ, ਗਿਆ, ਭਇਆ, ਦਇਆਲ। ਹੁਣ ਕਈ ਵੀਰ ਪਾਠ ਕਰਦੇ ਆ ਦਿਆ ਜਾਂ ਦਿਆਲ, ਨਹੀਂ, ਵਿਚਲੀ ਈੜੀ ਨੂੰ ਬੋਲਣਾ ਹੈ, ਦਇਆਲ। ਫਿਰ ਦੁਲਾਈਆਂ ਬੋਲਣ ਵੇਲੇ ਵੀ ਖਿਆਲ ਰੱਖੋ, ਪੇਈ ਅੜੈ ਸਹੁ ਸੇਵ ਤੂੰ ਸਹੁ ਰੜੈ ਸੁਖ ਵਸ। ਪੇਈ ਅੜੈ, ਪੇਈ ਅੜੇ ਨਹੀਂ ਬੋਲਣਾ, ਪੇਈ ਅੜੈ। ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਹਉ ਮੂਰਖ ਕਾਰੈ ਲਾਈਆ, ਕਾਰੈ, ਕਾਰੇ ਨਹੀਂ ਬੋਲਣਾ, ਕਾਰੈ। ਹਉ ਵਾਰੀ ਜਿਤ ਸੋਹਿਲੈ, ਸੋਹਿਲੈ। ਕੋਰੈ ਰੰਗ ਕਦੇ ਨਾ ਚੜ੍ਹੈ ਜੇ ਸੋ ਲੋਚੈ ਕੋਈ। ਕੋਰੈ, ਕੋਰੇ ਨਹੀਂ ਬੋਲਣਾ, ਕੋਰੈ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਸੋਚੈ। ਬਾਲ ਮੀਕੈ ਹੋਆ ਸਾਧ ਸੰਗ, ਬਾਲ ਮੀਕੈ, ਬਾਲ ਮੀਕੇ ਨਹੀਂ ਬੋਲਣਾ। ਫਿਰ ਵਿਚਕਾਰੀ ਸ਼ਿਹਾਰੀ ਦਾ ਵੀ ਖਿਆਲ ਰੱਖਣਾ ਹੈ ਪੂਰਾ, ਜਿਵੇਂ ਸੁਣੈ, ਪ੍ਰਸਿਐ। ਸਤਿਗੁਰ ਪਾਇਐ ਪੂਰਾ ਨਾਵਣ, ਪਸ਼ੂ ਪ੍ਰੇਤੋਂ ਦੇਵ ਕਰੈ ਪਾਇਐ, ਪਾਈਐ ਨਹੀਂ ਬੋਲਣਾ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਕਈ ਵੀ ਬੋਲਦੇ ਦਰਸ਼ਨ ਪਰਸੀਐ ਗੁਰੂ ਕੈ, ਇਹ ਗਲਤ ਹੋ ਗਿਆ। ਸੁਣੈ। ਸੋ ਏਦਾਂ ਵਿਚਕਾਰਲੀ ਸ਼ਿਹਾਰੀ ਦਾ ਵੀ ਅਸੀਂ ਪੂਰਾ ਪੂਰਾ ਖਿਆਲ ਰੱਖਣਾ ਹੈ। ਫਿਰ ਅਗਲਾ ਨੁਕਤਾ ਆਪਾਂ ਜੋ ਸਮਝ ਗਏ, ਜਿਹੜੇ ਫਾਰਸੀ ਵਾਲੇ ਲਫ਼ਜ਼ ਹੈ ਇਹ ਬਿੰਦੇ ਸਹਿਤ ਬੋਲੇ ਜਾਂਦੇ ਆ। ਗੋਸ਼, ਪੇਸ਼, ਮਸ਼ੱਕਤ, ਜਣ। ਕਈ ਲਫ਼ਜ਼ ਇਸ ਤਰ੍ਹਾਂ ਦੇ ਵੀ ਆਉਂਦੇ ਆ ਵੀ ਜਿਨ੍ਹਾਂ ਦਾ ਦੁੱਤ ਉਚਾਰਨ ਕਰਨ ਦੇ ਨਾਲ ਗਲਤ ਉਚਾਰਨ ਹੋ ਜਾਂਦਾ ਹੈ। ਉਹ ਸਿੱਧੇ ਹੀ ਬੋਲ, ਜਿਵੇਂ ਨਿਹਤੇ, ਨਿਹੱਤੇ ਨਹੀਂ ਬੋਲਣਾ। ਖਤੇ, ਕੋਹਥੀ, ਕੋਹਥੜੇ।
ਸੋ ਇਹਨਾਂ ਦਾ ਉਚਾਰਨ ਕਰਨ ਵੇਲੇ ਧਿਆਨ ਰੱਖਣਾ ਹੈ। ਨਿਹੱਥੇ ਜਾਂ ਖੱਤੇ ਜਾਂ ਕੁਹੱਥੀ ਜਾਂ ਕੁਹੱਥੜੇ ਇਹ ਗਲਤ ਉਚਾਰਨ ਹੈ। ਸ਼ੁੱਧ ਉਚਾਰਨ ਕੋਹਥੀ। ਕੋਹਥੀ ਜਾਈ ਸੱਟਿਆ ਕਿਸੇ ਇਹ ਲੱਗਾ ਦੋਖ, ਅਸੀਂ ਖਾਤੇ ਬਹੁਤ ਕਮਾਵੰਦੇ ਅੰਤ ਨਾ ਪਾਰਾਵਾਰ। ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ। ਫਿਰ ਅਗਲਾ ਨੁਕਤਾ ਹੈ ਜੋ ਸੰਬੋਧਨਵਾਚਕ ਕੰਨੇ ਦੇ ਨਾਲ ਬਿੰਦਾ ਨਹੀਂ ਲੱਗਦਾ, ਜਿਵੇਂ ਗੁਰਾ ਇੱਕ ਦੇਹ ਬੁਝਾਈ ਗੁਰਾ, ਕਿ ਉਹ ਸੰਬੋਧਨਵਾਚਕ ਹੈ ਗੁਰੂ ਜੀ ਮੇਰੇ ਗੋਵਿੰਦਾ। ਲੋਕਾ ਮਤ ਕੋ ਫੱਕੜ ਪਾਏ, ਲੋਕਾ ਹੇ ਲੋਕੋ ਮਤਾਂ ਕਿਤੇ ਇਸ ਗੱਲ ਨੂੰ ਤੁਸੀਂ ਮਖੌਲ ਵਿੱਚ ਨਾ ਪਾ ਲੈਣਾ। ਲੱਖ ਮੜਿਆਂ ਕਰ ਏਕ ਤੇ ਏਕ ਰਤੀਲੇ ਪਾਹ। ਸੋ ਲੋਕਾ ਸੰਬੋਧਨਵਾਚਕ ਹੈ ਵੀ ਹੇ ਲੋਕੋ। ਸ਼ੇਖਾ ਅੰਦਰੋਂ ਜ਼ੋਰ ਛੱਡ, ਸ਼ੇਖਾ। ਸੋ ਇਦਾਂ ਜਿੱਥੇ ਵੀ ਸੰਬੋਧਨਵਾਚਕ ਹੈ ਉਹ ਨਾਸਕੀ ਉਚਾਰਨ ਨਹੀਂ ਕਰਦਾ। ਜਿੱਥੇ ਅੰਤਰਾ ਅੱਖਰ ਆੜਾ ਮੁਕਤਾ ਹੁੰਦਾ ਹੈ ਤਾਂ ਅਖੀਰਲੀ ਮਾਤਰਾ ਨੂੰ ਲਮਕਾ ਦਿੱਤਾ ਜਾਂਦਾ ਹੈ, ਜਿਵੇਂ ਧੀ ਜੀ। ਜੀ ਅ ਨਹੀਂ ਕਰਨਾ। ਕਈ ਵੀਰ ਏਦਾਂ ਕਹਿੰਦੇ ਜੀ ਉਹ ਆਪਦੀ ਨੂੰ ਸ਼ੁੱਧ ਬੋਲਦੇ ਆ, ਨਹੀਂ। ਜੀ ਕੀ ਘੀ। ਹੁਣ ਘੀ ਅ ਨਹੀਂ ਕਰਨਾ, ਘੀ ਘੱਗੇ ਨੂੰ ਵਿਹਾਰੀ ਆੜਾ। ਘੀ ਕਛੂ ਗੁਰੂ। ਗੁਰੂ ਅ ਨਹੀਂ ਕਰਨਾ, ਗੁਰੂ। ਏਦਾਂ ਥੋੜਾ ਮਾਤਰਾ ਨੂੰ ਲਮਕਾ ਦੇਣਾ ਹੈ। ਜੇ ਪਿੱਛੇ ਆੜਾ ਮੁਕਤਾ ਹੈ ਤਾਂ ਉਸ ਤੋਂ ਪਹਿਲਾਂ ਜਿਹੜੀ ਮਾਤਰਾ ਹੈ ਉਹਨੂੰ ਲਮਕਾ ਦੇਣਾ ਹੈ। ਜਈਆ ਬਹੁ ਰੂਪੀਆ ਹੈ, ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰ੍ਹਾਂ ਬੋਲਦਾ ਹੈ। ਜਿਸ ਤਰ੍ਹਾਂ ਇੱਕ ਲਫ਼ਜ਼ ਹੈ ਭੱਬਾ ਜਿੱਗੇ ਨੂੰ ਕੰਨਾ, ਜੇ ਤਾਂ ਅਰਥ ਹੈ ਹੋਇਆ ਦਾ ਤਾਂ ਭਇਆ ਉਚਾਰਨ ਹੋਵੇਗਾ, ਪ੍ਰਗਾਸ ਭਇਆ ਗੁਰ ਕਾ ਘਟ ਘਟ। ਜੇ ਭਾਈ ਦਾ ਅਰਥ ਹੈ ਤਾਂ ਤੀਜਾ ਭਈਆ ਭਾਬੀ ਵੇਵ, ਭਈਆ ਉਚਾਰਨ ਹੋ ਗਿਆ। ਲਿਖਿਆ ਇੱਕੋ ਤਰ੍ਹਾਂ ਹੀ ਹੈ ਪਰ ਉਚਾਰਨ ਕਿਤੇ ਭਇਆ ਕਿਤੇ ਭਈਆ। ਸੋ ਇਦਾਂ ਇਹ ਨਿਯਮ ਦੇ ਮੁਤਾਬਕ ਉਚਾਰਨ ਹੁੰਦਾ ਹੈ। ਜਿਸ ਤਰ੍ਹਾਂ ਦੱਦਾ ਜਈਏ ਨੂੰ ਹੁਸ਼ਿਆਰੀ, ਇਹਦਾ ਉਚਾਰਨ ਹੋਗਾ ਦਈ। ਹੁਸ਼ਿਆਰੀ ਦੱਸਦੀ ਹੈ ਇਹ ਕਾਰਕ ਰੂਪ ਹੈ ਹੁਸ਼ਿਆਰੀ ਪਰਮਾਤਮਾ ਨੇ, ਪਰ ਉਚਾਰਨ ਕੀ ਹੈ ਦਈ। ਸੋ ਇਦਾਂ ਜਈਆ ਬੋਲਣ ਦੇ ਨਿਯਮ ਵੀ ਅਸੀਂ ਸਿੱਖਣ ਦੀ ਕੋਸ਼ਿਸ਼ ਕਰਨੀ ਹੈ। ਫਿਰ ਜੋ ਨੰਨਾ ਵਾਲੇ ਸ਼ਬਦ ਹੈ, ਜੇ ਤਾਂ ਅਖੀਰਲੇ ਨੰਨੇ ਨੂੰ ਔਂਕੜ ਜਾਂ ਹੁਸ਼ਿਆਰੀ ਲੱਗੀ ਹੋਈ ਹੈ ਤਾਂ ਉਹ ਸ਼ਬਦ ਦੇ ਨਾਲ ਇਕੱਠਾ ਹੀ ਬੋਲੇਗਾ। ਜਿਸ ਤਰ੍ਹਾਂ ਮਗਨ, ਬੰਧਨ, ਚੰਦਨ। ਉੱਥੇ ਬੰਧਨ ਨੰਨੇ ਨੂੰ ਔਂਕੜਾ ਹੈ, ਚੰਦਨ ਨੰਨੇ ਨੂੰ ਔਂਕੜਾ ਹੈ, ਮਗਨ ਨੰਨੇ ਨੂੰ ਔਂਕੜਾ ਹੈ। ਪਰ ਜਿੱਥੇ ਨੰਨੇ ਤੋਂ ਪਹਿਲੇ ਅੱਖਰ ਨੂੰ ਲਗ ਲੱਗੀ ਹੋਵੇ ਤਾਂ ਨੰਨਾ ਅਲੱਗ ਬੋਲਦਾ, ਜਿਵੇਂ ਚੰਦਨਾ। ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟ ਈ ਘਾਮ। ਪਹਿਲਾਂ ਚੰਦਨ ਉੱਥੇ ਨੰਨੇ ਨੂੰ ਔਂਕੜਾ ਹੈ, ਇਕੱਠਾ ਬੋਲਿਆ ਚੰਦਨ। ਦੂਜਾ ਚੰਦਨਾ ਉੱਥੇ ਦੱਦੇ ਨੂੰ ਔਂਕੜ ਹੈ, ਨੰਨਾ ਮੁਕਤਾ ਹੈ। ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟ ਈ ਘਾਮ। ਮੰਨੈ ਮਗ ਨਾ ਚੱਲੈ ਪੰਥ, ਮਗ ਗੱਗੇ ਨੂੰ ਔਂਕੜ ਹੈ, ਨੰਨਾ ਅਲੱਗ ਬੋਲਿਆ ਗਿਆ, ਉੱਥੇ ਮਗਣ ਨਹੀਂ ਕਰਨਾ। ਲਾਖ ਕਰੋਰੀ ਬੰਧ ਨਾ ਪਰੈ, ਧੱਦੇ ਨੂੰ ਔਂਕੜ ਹੈ, ਨੰਨਾ ਬੰਦ। ਕਈ ਵੀਰ ਕਰਦੇ ਬੰਧਨ ਪਰੈ, ਨਹੀਂ ਗਲਤ ਹੈ। ਲੱਖ ਕਰੋੜੀ ਬੰਧ ਨਾ ਪਰੈ, ਲੱਖਾਂ ਕਰੋੜਾਂ ਦੇ ਨਾਲ ਵੀ ਤ੍ਰਿਸ਼ਨਾ ਨੂੰ ਬੰਧ ਨਹੀਂ ਪੈਂਦਾ, ਤ੍ਰਿਸ਼ਨਾ ਭਟਕਦੀ ਵੀ ਰਹਿੰਦੀ ਹੈ। ਸੋ ਇਦਾਂ ਇਹ ਨੰਨਾ ਅੱਖਰ ਬੋਲਣ ਦੇ ਨਿਯਮ ਹੈ। ਜੇ ਨੰਨੇ ਨੂੰ ਲਗ ਮਾਤਰਾ ਹੈ ਤਾਂ ਇਕੱਠਾ ਹੀ ਬੋਲੇਗਾ ਲਫ਼ਜ਼ ਨਾਲ, ਜੇ ਨੰਨੇ ਤੋਂ ਪਹਿਲਾਂ ਲਗ ਲੱਗੀ ਹੋਈ ਹੈ ਤਾਂ ਨੰਨਾ ਵੱਖਰਾ ਬੋਲੇਗਾ। ਬੰਧ ਨਾ, ਮਗ ਨਾ, ਚੰਦ ਨਾ। ਫਿਰ ਲੱਲਾ ਲਫ਼ਜ਼ ਬੋਲਣ ਵੇਲੇ ਵੀ ਆਪਾਂ ਖਿਆਲ ਰੱਖਣਾ ਹੈ। ਕਿਤੇ ਲੱਲੇ ਨੂੰ ਬਿੰਦਾ ਲਾ ਕੇ ਬੋਲਦਾ ਹੈ, ਕਿਤੇ ਲੱਲਾ ਇਦਾਂ ਹੀ ਬੋਲਦਾ। ਜਿਸ ਤਰ੍ਹਾਂ ਗੋਲਾ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ। ਕਿਤੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਗੋਲਾ ਇਹ ਗੋਲਾ ਹੈ, ਗੋਲੇ ਦਾ ਅਰਥ। ਕਿਤੇ ਬੋਲੀ, ਬੋਲੀ ਭਾਸ਼ਾ, ਕਿਤੇ ਬੋਲੀ ਭਾਵ ਜਿਹਨੂੰ ਸੁਣਦਾ ਨਹੀਂ ਬੋਲੀ। ਇੱਕ ਗੋਲੀ ਹੈ ਨੌਕਰਾਣੀ, ਇੱਕ ਹੈ ਗੋਲੀ। ਸੋ ਇਦਾਂ ਲੱਲੇ ਦੇ ਉਚਾਰਨ ਦਾ ਵੀ ਆਪਾਂ ਖਿਆਲ ਰੱਖਣਾ ਹੈ। ਜਿਵੇਂ ਮਾਲਾ, ਮਾਲਾ, ਮਾਲਾ ਨਹੀਂ ਬੋਲਣਾ, ਮਾਲਾ। ਗਲੀ, ਗਲੀ ਜਿੰਨਾ ਜਪ ਮਾਲੀਆਂ, ਜਪ ਮਾਲੀਆਂ ਨਹੀਂ ਬੋਲਣਾ,
ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਵਗ। ਫਿਰ ਅਸੀਂ ਇਹ ਵੀ ਖਿਆਲ ਰੱਖਣਾ ਹੈ ਕਿ ਜਦੋਂ ਅਰਥ ਭਾਵ ਨੂੰ ਸੁਰਤ ਫੜਦੀ ਹੈ ਤਾਂ ਉਸ ਵੇਲੇ ਲਫ਼ਜ਼ ਦਾ ਉਚਾਰਨ ਕੀ ਹੁੰਦਾ ਹੈ? ਸ਼ੁੱਧ ਉਚਾਰਨ ਉਸੇ ਵੇਲੇ ਹੀ ਹੁੰਦਾ। ਜਿਸ ਤਰ੍ਹਾਂ ਜੇ ਤਾਂ ਮਨ ਵਿੱਚ ਦਾ ਅਰਥ ਹੈ ਤਾਂ ਉਚਾਰਨ ਹੋਵੇਗਾ ਮਨ ਹੀ। ਹਰ ਕੀ ਭਗਤ ਕਰੋ ਜਨ ਭਾਈ, ਅਕਥ ਕਥੋ ਮਨ ਮਨਹਿ ਸਮਾਈ। ਪਰ ਜੇ ਅਰਥ ਹੋਵੇ ਮਨਾਂ ਦਾ, ਵਰਜਨ ਦਾ, ਤਾਂ ਉਚਾਰਨ ਹੋਵੇਗਾ ਮਣੇ। ਭਾਣੈ ਭੋਗ ਭੁਗਾਏਂਦਾ, ਭਾਣੈ ਮਣੇ ਕਰੇ। ਦੇਖੋ ਲਫ਼ਜ਼ ਇੱਕੋ ਹੀ ਲਿਖਿਆ, ਮੰਮਾ ਨੰਨਾ ਹਾਹੀ ਨੂੰ ਸਿਹਾਰੀ। ਜੇ ਤਾਂ ਮਨਾਂ ਦਾ ਅਰਥ ਆ ਰਿਹਾ, ਦੇਖੋ ਸੁਰਤ ਨੇ ਫੜਨਾ, ਤਾਂ ਉਚਾਰਨ ਹੋਵੇਗਾ ਮਣੇ। ਤੇ ਜੇ ਮਨ ਵਿੱਚ ਦਾ ਅਰਥ ਹੈ ਤਾਂ ਉਚਾਰਨ ਹੋਵੇਗਾ ਮਨਹਿ। ਫਿਰ ਅੱਗੇ ਆਪਾਂ ਜੋ ਅੱਜ ਗੁਰਬਾਣੀ ਦੀ ਬੜੀ ਗਲਤ ਵਰਤੋਂ ਵੀ ਹੋ ਰਹੀ ਹੈ, ਇਹ ਤੋਂ ਵੀ ਅਸੀਂ ਸੁਚੇਤ ਹੋਣਾ। ਕਈ ਏਦਾਂ ਦੇ ਲੋਕ ਨੇ ਜਿਹੜੇ ਗੁਰਬਾਣੀ ਦੀ ਇੱਕ ਪੰਗਤੀ ਪੜ੍ਹ ਕੇ ਆਪਣੀ ਮਰਜ਼ੀ ਦਾ ਅਰਥ ਕਰ ਦਿੰਦੇ ਨੇ। ਇੱਥੋਂ ਵੀ ਬਹੁਤ ਸਾਰੇ ਗਲਤ ਖਿਆਲ ਸਾਡੇ ਵਿੱਚ ਫੈਲ ਗਏ। ਜਿਸ ਤਰ੍ਹਾਂ ਹੁਣ ਕੋਈ ਪੜ੍ਹ ਕੇ ਸੁਣਾ ਦਿੰਦਾ ਹੈ, ਮੰਨ ਲਓ ਕੋਈ ਲੈ ਕੇ ਮੁੱਕਰ ਗਿਆ, ਕੀਤੇ ਲੈ ਲੈ ਮੁੱਕਰ ਪਾਹੀ। ਉਹ ਸਮਝਦਾ ਵੀ ਕਿੰਨੇ ਲੈ ਕੇ ਮੁੱਕਰ ਜਾਂਦੇ ਆ, ਮੈਂ ਮੁੱਕਰ ਗਿਆ ਤਾਂ ਕੀ ਹੈ। ਪਰ ਜੇ ਕਹੋ ਵੀ ਅੱਗੇ ਕੀ ਲਿਖਿਆ, ਕੀਤੇ ਮੂਰਖ ਖਾਹੀ ਖਾਹੀ, ਉਹਨਾਂ ਨੂੰ ਮੂਰਖ ਦੀ ਪਦਵੀ ਵੀ ਦਿੱਤੀ ਹੈ ਵੀ ਕਿੰਨੇ ਮੂਰਖ ਲੈ ਲੈ ਕੇ ਮੁੱਕਰ ਜਾਂਦੇ ਆ, ਏਦਾਂ ਹੀ ਖਾਈ ਜਾਂਦੇ। ਹੁਣ ਜੇ ਕਿਸੇ ਨੂੰ ਰੋਕੀਏ ਸ਼ਰਾਬਾਂ ਆਦਿਕ ਤੋਂ, ਮਾੜੇ ਖਾਣਿਆਂ ਤੋਂ, ਤਾਂ ਉਹ ਪੜ੍ਹ ਕੇ ਸੁਣਾਉਂਦੇ ਆ, ਖਾਣਾ ਪੀਣਾ ਪਵਿੱਤਰ ਹੈ, ਦਿੱਤੋ ਨਾ ਰਿਜ਼ਕ ਸਮਾਏ। ਜੇ ਕਹੀਏ ਪਹਿਲਾਂ ਵਾਲੀ ਪੰਕਤੀ ਪੜ੍ਹੋ, ਸਭੋ ਸੂਤਕ ਭਰਮ ਹੈ, ਦੂਜਾ ਲੱਗਾ ਜਾਏ, ਖਾਣਾ ਪੀਣਾ ਪਵਿੱਤਰ ਹੈ, ਦਿੱਤੋ ਰਿਜ਼ਕ ਸਮਾਏ। ਭਾਵ ਕਿ ਇੱਥੇ ਗੁਰੂ ਜੀ ਨੇ ਸੂਤਕ ਦਾ ਭਰਮ ਤੋੜਿਆ ਵੀ ਭਾਈ ਜਿਹੜੇ ਘਰ ਦੇ ਵਿੱਚ ਜਨਮ ਹੋ ਗਿਆ ਜਾਂ ਮੌਤ ਹੋ ਗਈ, ਉਸ ਘਰ ਦਾ ਖਾਣਾ ਪੀਣਾ ਅਪਵਿੱਤਰ ਨਹੀਂ ਹੋ ਜਾਂਦਾ, ਅੰਨ ਪਾਣੀ ਉਸ ਘਰ ਦਾ ਪਿੱਟਿਆ ਨਹੀਂ ਜਾਂਦਾ। ਗੱਲ ਕੀ ਚੱਲ ਰਹੀ ਹੈ? ਪਰ ਆਮ ਸ਼ਰਾਬਾਂ ਕਬਾਬਾਂ ਵਾਲੇ ਤੇ ਉਹ ਕਹਿੰਦੇ ਜੀ ਖਾਣਾ ਪੀਣਾ ਪਵਿੱਤਰ ਹੈ। ਸੋ ਕਿਤੇ ਜੇ ਕੋਈ ਗਲਤ ਕੰਮ ਕਰਦਾ ਹੈ, ਉਹਨੂੰ ਕਹੋ ਭਾਈ ਛੱਡ ਦੇ, ਕਹਿੰਦਾ ਜੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਉਹ ਭਾਈ ਏਦਾਂ ਅਰਥ ਨਹੀਂ ਹੁੰਦੇ ਗੁਰਬਾਣੀ ਦੇ। ਹੁਕਮ ਹੈ ਅੰਦਰ ਭਾਵ ਪਰਮਾਤਮਾ ਨੇ ਨਿਯਮ ਵਿੱਚ ਹੈ ਸਭ ਕੁਝ। ਜੇ ਬੁਰੇ ਕੰਮ ਕਰਾਂਗੇ ਤਾਂ ਬਰਬਾਦ ਹੋ ਜਾਵਾਂਗੇ। ਹੁਣ ਸ਼ਰਾਬ ਪੀਣਾ ਹੁਕਮ ਨਹੀਂ। ਇਤਮਦ ਪੀਤਾ ਨਾਨਕਾ ਬਹੁਤੇ ਖੱਟੀਆਂ ਵਿਕਾਰ, ਇਹ ਤਾਂ ਵਿਕਾਰਾਂ ਦੀ ਮਾਂ ਹੈ। ਦੇਖੋ ਪਰਮਾਤਮਾ ਤਾਂ ਗੁਰਬਾਣੀ ਰਾਹੀਂ ਕਹਿ ਰਿਹਾ ਹੈ ਕਿ ਸ਼ਰਾਬ ਤਾਂ ਵਿਕਾਰਾਂ ਦੀ ਮਾਂ ਹੈ। ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ। ਭਾਈ ਜਿੰਨਾ ਕੰਮਾਂ 'ਚ ਗੁਣ ਨਹੀਂ ਛੱਡਦੇ, ਸੋ ਬੁਰੇ ਕੰਮ ਕਰਨਾ ਪਰਮਾਤਮਾ ਦਾ ਹੁਕਮ ਨਹੀਂ। ਹੁਕਮ ਹੈ ਜੇ ਅੱਜ ਕਿੱਕਰ ਬੀਜਾਂਗੇ ਤਾਂ ਹੁਕਮ ਦੇ ਮੁਤਾਬਕ, ਪਰਮਾਤਮਾ ਦੇ ਨਿਯਮ ਮੁਤਾਬਕ, ਦੀ ਕੌਸਮਿਕ ਲਾ ਨਿਯਮ ਮੁਤਾਬਕ ਉਹਨੂੰ ਕੰਡੇ ਲੱਗਣੇ ਹੈ। ਸੋ ਏਦਾਂ ਗੁਰਬਾਣੀ ਦੀ ਗਲਤ ਵਰਤੋਂ ਨਾ ਕਰੀਏ। ਕਈ ਪੜ੍ਹ ਕੇ ਸੁਣਾ ਦਿੰਦੇ, ਪੁੱਤੀ ਗੰਢ ਪਵੈ ਸੰਸਾਰ, ਕਹਿੰਦੇ ਪੁੱਤਰਾਂ ਦੇ ਰਾਹੀਂ ਸੰਸਾਰ ਨਾਲ ਸੰਬੰਧ ਬਣਦਾ। ਬਿਲਕੁਲ ਇੱਥੇ ਅਰਥ ਨਹੀਂ ਬਣਦਾ। ਭਾਵ ਕਿ ਗੁਰਬਾਣੀ ਦਾ ਜੋ ਅਰਥ ਹੈ ਉਹ ਪ੍ਰਕਰਨ ਮੁਤਾਬਕ ਹੁੰਦਾ ਹੈ ਵੀ ਇੱਥੇ ਪ੍ਰਕਰਨ ਕੀ ਚੱਲ ਰਿਹਾ ਹੈ। ਅਗਲੀਆਂ ਪਿਛਲੀਆਂ ਪੰਕਤੀਆਂ ਤੋਂ ਪਤਾ ਲੱਗਦਾ ਹੈ। ਇੱਕ ਪੰਕਤੀ ਦਾ ਅਰਥ ਪੂਰੇ ਸ਼ਬਦ ਮੁਤਾਬਕ ਹੁੰਦਾ ਹੈ ਤੇ ਪੂਰੇ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਪੂਰੇ ਫਲਸਫੇ ਦੇ ਮੁਤਾਬਕ ਹੁੰਦਾ ਹੈ। ਇਹ ਨਿਯਮ ਹੈ। ਉੱਥੇ ਗੱਲ ਕੀ ਚੱਲ ਰਹੀ ਹੈ? ਕਹਿਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੈ ਪਧਾਰ, ਪੁੱਤੀ ਗੰਢ ਪਵੈ ਸੰਸਾਰ। ਜਿਵੇਂ ਕੋਈ ਲੋਹੇ ਦਾ ਕਹਿੰਦਾ ਭਾਂਡਾ ਟੁੱਟ ਜਾਂਦਾ ਹੈ ਤਾਂ ਉਸ ਨੂੰ ਅੱਗ ਦੇ ਨਾਲ ਲੋਹਾਰ ਟਾਂਕਾ ਲਾ ਦਿੰਦਾ, ਗੰਢ ਪਾ ਦਿੰਦਾ, ਅਗਨੀ ਗੰਢ ਪਾਏ ਲੋਹਾਰ। ਗੋਰੀ ਸੇਤੀ ਟੁੱਟੈ ਪਧਾਰ, ਕਿਸੇ ਕਾਰਨ ਪਤੀ ਪਤਨੀ ਦੀ ਅਣਬਣ ਹੋ ਗਈ। ਪੁੱਤੀ ਗੰਢ ਪਵੈ ਸੰਸਾਰ, ਸੰਸਾਰ ਵਿੱਚ ਉਹਨਾਂ ਦੀ ਫਿਰ ਪੁੱਤਾਂ ਧੀਆਂ ਔਲਾਦ ਕਰਕੇ ਭਾਵ ਦੁਬਾਰਾ ਮੇਲ ਬਣ ਜਾਂਦਾ ਹੈ। ਜੋ ਪੁੱਤ ਧੀ ਔਲਾਦ ਹੈ ਉਹ ਮਾਤਾ ਪਿਤਾ ਨੂੰ ਆਪਸ ਵਿੱਚ ਇਕੱਠੇ ਕਰਨ ਦਾ ਕਾਰਨ ਬਣ ਜਾਂਦੇ ਆ। ਸੋ ਏਦਾਂ ਗੱਲ ਕੀ ਚੱਲ ਰਹੀ ਹੈ ਅਸੀਂ ਉਹ ਸਮਝਣਾ ਹੁੰਦਾ ਹੈ। ਫਿਰ ਬੜੇ ਨੇ ਜਿਹੜੇ ਏਦਾਂ ਪੜ੍ਹ ਦਿੰਦੇ ਨੇ, ਦੇਖੋ ਜੀ ਬਾਣੀ 'ਚ ਲਿਖਿਆ ਹੈ ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ, ਪਾਰਵਤੀ ਮਾਈ। ਇਹ ਉਚਾਰਨੀ ਗਲਤ ਹੈ, ਵਿਸ਼ਰਾਮ ਗਲਤ ਹੈ। ਗੁਰ ਈਸ਼ਰ, ਗੁਰ ਗੋਰਖ, ਬਰਮਾ, ਗੁਰ ਪਾਰਵਤੀ ਮਾਈ ਭਾਵ ਮੇਰੇ ਲਈ ਗੁਰੂ ਪਰਮੇਸ਼ਰ ਹੀ ਸਭ ਕੁਝ ਹੈ। ਅਸੀਂ ਹੋਰ ਕਿਸੇ ਸ਼ਿਵ ਜੀ ਨੂੰ, ਕਿਸੇ ਵਿਸ਼ਨੂੰ, ਕਿਸੇ ਬਰਮਾ ਨੂੰ, ਕਿਸੇ ਦੇਵੀ ਨੂੰ ਨਹੀਂ ਜਾਣਦੇ। ਮੇਰੇ ਲਈ ਤਾਂ ਮੇਰਾ ਗੁਰੂ ਪਰਮੇਸ਼ਰ ਹੀ ਸਭ ਕੁਝ ਹੈ।
ਹੁਣ ਕਈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਮਾਨਤਾ ਦੇਣ ਵਾਸਤੇ ਕੋਈ ਪੰਕਤੀ ਪੜ੍ਹ ਦਿੰਦੇ ਆ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਉਹ ਭਾਈ ਇਹ ਪ੍ਰਚਲਿਤ ਪ੍ਰਮਾਣ ਹੈ, ਇਹ ਪ੍ਰਚਲਿਤ ਸੀ ਗੱਲ, ਹਵਾਲਾ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਅਗਲੀ ਪੰਕਤੀ ਪੜੋ। ਗੁਰੂ ਜੀ ਕਹਿੰਦੇ ਜਿਵੇਂ ਪ੍ਰਮਾਤਮਾ ਨੂੰ ਭਾਉਂਦਾ ਸਾਰਾ ਸਿਸਟਮ ਉਵੇਂ ਹੀ ਚਲਾਉਂਦਾ ਹੈ, ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲਦਾ ਹੈ। ਆਪਣੇ ਆਪ ਕੋਈ ਸ਼ਿਵ ਜੀ ਕਿਸੇ ਨੂੰ ਮਾਰ ਨਹੀਂ ਸਕਦਾ, ਬ੍ਰਹਮਾ ਕੁਝ ਪੈਦਾ ਨਹੀਂ ਕਰਦਾ, ਵਿਸ਼ਨੂੰ ਕਿਸੇ ਨੂੰ ਨਹੀਂ ਪਾਲਦਾ, ਸਭ ਕੁਝ ਉਹਦੇ ਇੱਕ ਹੁਕਮ ਦੇ ਵਿੱਚ ਚੱਲਦਾ ਹੈ। ਭਾਵ ਕਿ ਤਿੰਨਾਂ ਨੂੰ ਬੜੇ ਮਿੱਠੇ ਢੰਗ ਨਾਲ ਗੁਰੂ ਜੀ ਨੇ ਰੱਦ ਕੀਤਾ ਹੈ। ਗੁਰਮਤਿ ਕੀ ਹੈ? ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵਹਿ ਕਰੇ ਪਸਾਓ, ਤੂੰ ਜਾਣੋ ਵੀ ਸਭ ਸਹਿ ਦੇ ਲੈਸਹਿ ਜਿੰਦ ਕਬਾਓ, ਕਰ ਆਸਣ ਡਿਠੋ ਚਾਓ। ਜੰਮਣ ਮਰਨ ਵੀ ਉਹਦੇ ਹੁਕਮ ਚ ਹੈ, ਜੰਮਣ ਮਰਨਾ ਹੁਕਮ ਹੈ। ਕਰਤਾ ਵੀ ਉਹੀ ਹੈ, ਕਰਤਾ ਪੁਰਖ, ਰਚਨਾ ਰਚਨਾ ਚ ਵਿਆਪਕ ਹੈ। ਕਾਰਨ ਕਾਰਨ ਭਰਾ ਏਕ ਹੈ, ਦੂਸਰ ਨਾਹੀ ਕੋਏ। ਇੱਕੋ ਹੀ ਹੈ, ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਇਹ ਹੈ ਗੁਰਮਤਿ। ਸੋ ਇੱਕ ਪੰਕਤੀ ਪੜ੍ਹ ਕੇ ਨਹੀਂ ਪਤਾ ਲੱਗਦਾ, ਇਹੋ ਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਹੈ। ਸੋ ਗੁਰਬਾਣੀ ਦੇ ਪੂਰੇ ਫਲਸਫੇ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਗੁਰਬਾਣੀ ਇੱਕ ਦੀ ਗੱਲ ਕਰਦੀ ਹੈ ਬਸ, ਇੱਕੋ ਹੀ ਪੈਦਾ ਕਰਨ ਵਾਲਾ ਹੈ, ਇੱਕੋ ਹੀ ਪਾਲਣ ਵਾਲਾ, ਇੱਕੋ ਹੀ ਲੈ ਕਰਨ ਵਾਲਾ, ਸਭ ਕੁਝ ਉਹਦੇ ਇੱਕ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ। ਹਰ ਇੱਕ ਸਹਿਦਾ ਹੈ ਅਮਰ, ਇੱਕੋ ਹਰ ਚਿੱਤ ਧਰ, ਹਰ ਤਿਸ ਬਿਨ ਕੋਈ ਨਾਹੀ, ਡਰ ਭ੍ਰਮ ਭਉ ਦੂਰ ਕਰ। ਸੋ ਇਦਾਂ ਇਹ ਇੱਕ ਪ੍ਰਮਾਤਮਾ ਦੀ ਗੱਲ ਗੁਰਬਾਣੀ ਦੇ ਵਿੱਚੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਫਿਰ ਕਈ ਲੋਕ ਨੇ ਸਾਧ ਸੰਤ ਲਫ਼ਜ਼ ਗੁਰਬਾਣੀ ਦੇ ਵਿੱਚੋਂ ਛਾਂਟ ਕੇ ਬੜੀ ਗਲਤ ਵਰਤੋਂ ਕਰਦੇ, ਆਪਣੀਆਂ ਦੇਹਾਂ ਤੇ ਲਾ ਲੈਂਦੇ ਆ, ਪੂਰਾ ਨਹੀਂ ਸੁਣਾਉਂਦੇ। ਜਿਸ ਤਰ੍ਹਾਂ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੁਣ ਇੱਥੇ ਕਿਹੜੇ ਸੰਤ ਦੀ ਗੱਲ ਹੈ? ਗਿਆਨ ਅੰਜਨ ਗੁਰਦੀਆ ਗੱਲ ਹੈ ਗੁਰੂ ਦੀ। ਗਿਆਨ ਦੇਣ ਵਾਲੇ ਗੁਰੂ ਨੂੰ ਹੀ ਸੰਤ ਕਿਹਾ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰੇਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਉਹ ਪਿਆਰਾ ਸੰਤ ਕੌਣ ਹੈ? ਗੁਰੂ ਰਾਮਦਾਸ ਸਾਹਿਬ ਜੀ। ਕਿਤੇ ਲਿਖਿਆ ਸਤਿਗੁਰ ਸੰਤ ਮਿਲਿਆ ਸ਼ਾਂਤ ਪਾਈਐ, ਕਿਲ ਬਿਖ ਦੁਖ ਕਾਟੇ ਸਭ ਦੂਰੇ। ਜਿੱਥੇ ਬਹੁ ਵਚਨ ਲਫ਼ਜ਼ ਆ ਜਾਵੇ ਉੱਥੇ ਗੁਰੂ ਕੇ ਪਿਆਰੇ, ਸਾਰੇ ਗੁਰੂ ਕੀ ਸੰਗਤ। ਜਿਵੇਂ ਆਵੋ ਸੰਤ ਪਿਆਰੇ ਹੋ, ਕਥ ਕੀ ਕਰਾਂ ਕਹਾਣੀ, ਆਓ ਸੰਗ ਤੇ ਪਿਆਰੀਏ। ਸੋ ਕਹਿਣ ਦਾ ਭਾਵ ਜੋ ਅੱਜ ਇੱਕ ਵੱਖਰੀ ਜਮਾਤ ਪੈਦਾ ਹੋ ਗਈ ਗੁਰਸਿੱਖਾਂ ਤੋਂ ਸੰਤਾਂ ਦੀ, ਇਹ ਕਿਤੇ ਵੀ ਨਹੀਂ। ਸਿੱਖ ਸਿੱਖ ਹੈ, ਗੁਰੂ ਗੁਰੂ ਹੈ। ਜਿੱਥੇ ਸੰਤ ਬਹੁ ਵਚਨ ਹੈ ਉੱਥੇ ਗੁਰੂ ਕੀ ਸਮੁੱਚੀ ਸੰਗਤ ਹੈ, ਗੁਰੂ ਦੇ ਸਾਰੇ ਪਿਆਰਿਆਂ ਦੀ ਗੱਲ ਹੈ। ਜਿੱਥੇ ਇੱਕ ਵਚਨ ਹੈ ਉੱਥੇ ਗੁਰੂ ਦੀ ਗੱਲ ਹੈ। ਸਾਧ ਲਫ਼ਜ਼ ਜਿੱਥੇ ਬਹੁ ਵਚਨ ਹੈ ਉੱਥੇ ਗੁਰੂ ਦੇ ਪਿਆਰੇ ਗੁਰਮੁਖ ਜਨ। ਜਿੱਥੇ ਇੱਕ ਵਚਨ ਹੈ ਉੱਥੇ ਸਾਧੂ ਸਤਿਗੁਰ। ਜਿਵੇਂ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ। ਉੱਤਮ ਸ਼ਲੋਕ ਸਾਧ ਕੇ ਵਚਨ ਉਮਲੀਕ ਲਾਲੇ ਰਤਨ। ਕੌਣ? ਸਾਧੂ ਸਤਿਗੁਰ, ਜਿਹਨਾਂ ਦੇ ਅਮੋਲਕ ਵਚਨ ਨੇ ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕ ਹੈ ਨਿਸਤਾਰ। ਉਹ ਅੰਗ ਸਾਧ ਸਤਿਗੁਰ ਨਮਸਕਾਰਨ। ਕੌਣ? ਸਾਧੂ ਸਤਿਗੁਰ। ਮੇਰਾ ਮਨ ਆਲਸੀਆ ਉਗਲਾਨਾ, ਹਰ ਹਰ ਆਨ ਮਲਾਇਓ ਗੁਰ ਸਾਧੂ, ਮਿਲ ਸਾਧੂ ਕਪਟ ਖੁਲਾਨਾ। ਅਸੀਂ ਕਿਹੜੇ ਸਾਧੂ ਨਾਲ ਜੁੜਨਾ? ਗੁਰ ਸਾਧੂ। ਸੋ ਸਾਧੂ ਸਤਿਗੁਰ ਨਾਲ ਜੁੜਨਾ ਹੈ ਭਾਈ, ਸੰਤ ਸਤਿਗੁਰੂ ਨਾਲ ਜੁੜਨਾ ਹੈ। ਆਪਾਂ ਸਾਰੇ ਗੁਰੂ ਕੇ ਸਿੱਖ ਹਾਂ। ਬਾਣੀ ਦੀ ਗੱਲ ਸਾਨੂੰ ਕੋਈ ਸਮਝਾ ਦੇਵੇ, ਭੈਣ ਭਾਈਆਂ ਵਾਲਾ ਪਿਆਰ ਰੱਖਿਆ ਜਾ ਸਕਦਾ, ਫਤਿਹ ਦੀ ਸਾਂਝ। ਪਰ ਅਸੀਂ ਕਿਸੇ ਦੇਹ ਜਾਂ ਕਿਸੇ ਡੇਰੇ ਦਾ ਨਾਲ ਨਹੀਂ ਜੁੜਨਾ। ਜਿਹੜੇ ਏਦਾਂ ਸਾਧ ਸੰਤ ਲਫ਼ਜ਼ ਛਾਂਟ ਕੇ ਗੁਰਬਾਣੀ ਚ ਆਪਣੀਆਂ ਦੇਹਾਂ ਨਾਲ ਚਪਕਾ ਲੈਂਦੇ ਆ। ਇਸੇ ਕਰਕੇ ਦੇਖੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਕਿਸੇ ਵੀ ਗੁਰਸਿੱਖ ਦੇ ਨਾਂ ਨਾਲ ਇਹ ਲਫ਼ਜ਼ ਲੱਗੇ ਨਹੀਂ ਮਿਲਦੇ। ਬੜੀਆਂ ਬੜੀਆਂ ਮਹਾਨ ਹਸਤੀਆਂ ਹੋਈਆਂ ਦੇਖੋ। ਸੋ ਏਦਾਂ ਇਹ ਜਿਹੜਾ ਸਾਧ ਸੰਤ ਲਫ਼ਜ਼ ਗੁਰਬਾਣੀ ਵਿੱਚੋਂ ਛਾਂਟ ਕੇ ਜਿਹੜੇ ਡੇਰੇਦਾਰ ਆਪਣੀਆਂ ਦੇਹਾਂ ਨਾਲ ਲਾ ਕੇ ਸਾਥੋਂ ਆਪਦੀ ਪੂਜਾ ਕਰਵਾਉਂਦੇ ਐ, ਇਹਨਾਂ ਲੋਕਾਂ ਤੋਂ ਵੀ ਅਸੀਂ ਪੂਰਾ ਪੂਰਾ ਸੁਚੇਤ ਹੋਣਾ ਹੈ। ਸੋ ਆਖਰੀ ਬੇਨਤੀ ਕਿ ਗੁਰਬਾਣੀ ਨੂੰ ਅਸੀਂ ਸਮਝ ਕੇ ਪੜ੍ਹਨਾ ਹੈ, ਗੁਰਬਾਣੀ ਨੂੰ ਸਮਝ ਕੇ ਗਾਉਣਾ ਹੈ। ਪਰ ਅਸੀਂ ਗੁਰਬਾਣੀ ਨੂੰ ਪੜ੍ਹਨ ਤੇ ਗਾਉਣ ਤੱਕ ਰੁਕ ਗਏ। ਗੁਰਬਾਣੀ ਨੂੰ ਵਿਚਾਰ ਦੁਬਾਰਾ ਸਮਝ ਕੇ ਗਾਇਨ ਕਰੋ। ਗੁਰਬਾਣੀ ਨੂੰ ਸਮਝ ਕੇ ਪੜ੍ਹੋ, ਬਾਰ-ਬਾਰ ਪੜ੍ਹੋ, ਬਾਰ-ਬਾਰ ਗਾਇਨ ਕਰੋ, ਤਾਂ ਕਿ ਗੁਰੂ ਦਾ ਉਪਦੇਸ਼ ਦ੍ਰਿੜ ਹੋ ਜਾਵੇ। ਪਰ ਗੁਰਬਾਣੀ ਦੇ ਅਰਥ ਭਾਵਾਂ ਨੂੰ ਸਮਝ ਕੇ ਪੜ੍ਹੋ ਤੇ ਗੁਰਬਾਣੀ ਦੇ ਅਰਥ ਭਾਵ ਨੂੰ ਸਮਝ ਕੇ ਫਿਰ ਉਸ ਸ਼ਬਦ ਨੂੰ ਗਾਇਨ ਕਰੋ, ਤਾਂ ਬੜਾ ਲਾਭ ਹੋਵੇਗਾ।
ਸੋ ਅੱਜ ਆਪਾਂ ਗੁਰਬਾਣੀ ਨੂੰ ਸਮਝਣ ਵਾਸਤੇ ਵੱਖ-ਵੱਖ ਨੁਕਤਿਆਂ ਤੇ ਵਿਚਾਰ ਕੀਤੀ ਹੈ। ਨਾਲ-ਨਾਲ ਗੁਰਬਾਣੀ ਦੀ ਗਲਤ ਵਰਤੋਂ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਵਾਸਤੇ ਵਿਚਾਰ ਕੀਤੀ ਹੈ। ਹੁਣ ਆਪਾਂ ਅੱਗੇ ਫਿਰ ਸਹਿਜ ਪਾਠ ਦਾ ਸ਼ੁੱਧ ਉਚਾਰਨ, ਜਿਵੇਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪਾਂ ਕੋਸ਼ਿਸ਼ ਕਰਾਂਗੇ ਸ਼ੁੱਧ ਉਚਾਰਨ ਕਰਨ ਦੀ। ਅੱਜ ਇੰਨਾ ਹੀ ਕਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।